वाहिगुरु जी का खालसा वाहिगुरु जी की फतेह। गुरु प्यारी गुरु सवारी साध संगत आप जी सवेर ਦੀ ਇਸ ਆਨਲਾਈਨ ਗੁਰਮਤਿ ਕਲਾਸ ਦੇ ਵਿੱਚ ਜੁੜ ਚੁੱਕੇ ਹੋ, ਜਿਸ ਵਿੱਚ ਆਪਾਂ ਲੜੀਵਾਰ ਸਿੱਖ ਇਤਿਹਾਸ ਵਾਚ ਰਹੇ ਹਾਂ। ਸਿੱਖ ਰਾਜ ਕਿਵੇਂ ਗਿਆ, ਇਹ ਸਾਰੀ ਗੱਲਬਾਤ ਆਪਾਂ ਪਿਛਲੇ ਦਿਨਾਂ ਤੋਂ ਆਰੰਭ ਕੀਤੀ ਹੈ। ਮਹਾਰਾਜਾ ਰਣਜੀਤ ਸਿੰਘ ਦਾ ਸਮਾਂ ਉਪਰੰਤ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਮਹਾਰਾਜਾ ਖੜਕ ਸਿੰਘ, ਨਿਹਾਲ ਸਿੰਘ, ਮਹਾਰਾਣੀ ਚੰਦ ਕੌਰ, ਸ਼ੇਰ ਸਿੰਘ, ਦਲੀਪ ਸਿੰਘ, ਮਹਾਰਾਣੀ ਜਿੰਦ ਕੌਰ ਆਦਿਕ ਇਹ ਇਤਿਹਾਸ ਆਪ ਜੀ ਨੇ ਸਰਵਣ ਕੀਤਾ ਹੈ। ਫਿਰ ਸਿੱਖਾਂ ਦੇ ਅੰਗਰੇਜ਼ਾਂ ਦੇ ਨਾਲ ਯੁੱਧ ਦੇ ਕਾਰਨ ਕੀ ਸਨ, ਕਿਵੇਂ ਯੁੱਧ ਹੋਏ, ਇਹ ਆਪ ਜੀ ਸਰਵਣ ਕਰ ਰਹੇ ਹੋ। ਅਖੀਰਲਾ ਯੁੱਧ ਜਿਹੜਾ ਹੈ ਸਭਰਾਵਾਂ ਦਾ ਲੜਿਆ ਗਿਆ, ਜਿਹਦੇ ਵਿੱਚ ਸ਼ਾਮ ਸਿੰਘ ਅਟਾਰੀ ਜੀ ਦੀ ਸ਼ਹਾਦਤ ਹੋਈ ਹੈ। ਉਹ ਆਪ ਜੀ ਨੇ ਕੱਲ ਦੀ ਕਲਾਸ 'ਚ ਸਰਵਣ ਕੀਤਾ ਸੀ ਕਿ ਕਿਵੇਂ ਇਹ ਤੀਜਾ ਸਿੰਘ ਜਿਹੜਾ ਸੀ ਡੋਗਰਾ, ਇਹਨੂੰ ਪੁਲ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ। ਪੁਲ ਤੋੜ ਗਿਆ ਜਾਂਦਾ, ਭੱਜ ਗਿਆ, ਨਾਲ ਆਪਣੇ ਜਿੰਨੇ ਵੀ ਸਿਪਾਹੀ ਸਨ ਨਾਲ ਲੈ ਕੇ ਦੌੜ ਗਿਆ ਤੇ ਜਾਂਦਾ ਜਾਂਦਾ ਜਿੰਨਿਆਂ ਵੀ ਬਰੂਦ ਭਰਿਆ ਸੀ ਕਿਸ਼ਤੀਆਂ ਦੇ ਵਿੱਚ ਉਹ ਵੀ ਪਾਣੀ 'ਚ ਸੁੱਟ ਕੇ ਚਲਾ ਗਿਆ। ਇਹਦੇ ਨਾਲ ਹੀ ਲਾਲ ਸਿੰਘ ਜਿਹੜਾ ਸੀ ਉਹ ਵੀ ਆਪਣੀ ਫੌਜ ਲੈ ਕੇ ਪਿੱਛੇ ਨੂੰ ਮੁੜ ਪਿਆ ਤੇ ਇਹਨਾਂ ਨੇ ਜਿੱਥੇ ਬਰੂਦ ਭੇਜਣਾ ਸੀ ਉਹ ਜਗ੍ਹਾ ਦੇ ਉੱਤੇ ਸਰੋਂ ਅਤੇ ਰੇਤ ਆਦਿਕ ਉਹਨਾਂ ਡੱਬਿਆਂ 'ਚ ਪੈਕ ਕਰਕੇ ਭੇਜੀ ਜਿਨ੍ਹਾਂ 'ਚ ਬਰੂਦ ਆਉਣਾ ਸੀ, ਜਿਹਦਾ ਕਰਕੇ ਸਿੱਖ ਫੌਜਾਂ ਹਾਰ ਗਈਆਂ। ਪਰ ਫਿਰ ਵੀ ਆਪਣੇ ਆਖਰੀ ਸਵਾਸਾਂ ਤੱਕ ਜਿਹੜੇ ਯੋਧੇ ਸਨ ਉਹਨਾਂ ਨੇ ਜੰਗ ਲੜੀ। ਸ਼ਾਮ ਸਿੰਘ ਅਟਾਰੀ ਵਰਗਿਆਂ ਨੇ ਉਹਨਾਂ ਦੇ ਨਾਲ ਤੇ ਜਿਹੜੇ ਧਰਮੀ ਯੋਧੇ ਸਨ ਉਹਨਾਂ ਨੇ ਜੰਗ ਲੜੀ ਤੇ ਇਸ ਜੰਗ ਦੇ ਵਿੱਚ ਭਾਵੇਂ ਸਿੱਖ ਹਾਰ ਗਏ, ਪਰ ਅੰਗਰੇਜ਼ਾਂ ਨੂੰ ਇਸ ਗੱਲ ਦਾ ਪਤਾ ਚੱਲ ਗਿਆ ਕਿ ਜੇ ਕਿਤੇ ਸਿੱਖਾਂ ਦੇ ਜਿਹੜੇ ਹਨ ਇਹ ਮੋਢੀ, ਇਹਨਾਂ ਦੇ ਆਗੂ ਮਾੜੇ ਨਾ ਹੁੰਦੇ, ਗਦਾਰ ਨਾ ਹੁੰਦੇ ਤੇ ਸਿੱਖਾਂ ਨੇ ਅੰਗਰੇਜ਼ਾਂ ਦਾ ਅੰਤ ਕਰ ਦੇਣਾ ਸੀ। ਇਹ ਗੱਲ ਉਹਨਾਂ ਦੀਆਂ ਲਿਖਤਾਂ 'ਚੋਂ ਮਿਲਦੀ ਹੈ। ਉਹੀ ਆਪਾਂ ਵਿਚਾਰਨਾ ਹੈ ਅੱਜ ਦੀ ਇਸ ਕਲਾਸ ਦੇ ਵਿੱਚ। ਇਸ ਲੜਾਈ ਤੋਂ ਬਾਅਦ ਹੋਇਆ ਕਿ ਕਿਵੇਂ ਅੰਗਰੇਜ਼ ਜਿਹੜੇ ਆ ਉਹ ਭਾਰਤ ਤੋਂ ਪੰਜਾਬ ਦੇ ਵਿੱਚ ਆਣ ਕੇ ਇੰਟਰ ਕਰਦੇ ਆ। ਉਹ ਸਾਰੇ ਦਾ ਸਾਰਾ ਇਤਿਹਾਸ ਆਪਾਂ ਅੱਜ ਵਾਚਣਾ ਹੈ। ਸੋ ਆਪ ਜਿੰਨੇ ਵੀ ਗੁਰਮੁਖ ਪਿਆਰੇ ਜੁੜੇ ਹੋ, ਸਾਰੀ ਸੰਗਤ ਦਾ ਧੰਨਵਾਦ। ਆਓ ਆਪਾਂ ਇਸ ਕਲਾਸ ਦੀ ਆਰੰਭਤਾ ਕਰੀਏ। ਸੋ ਸਾਧ ਸੰਗਤ ਆਪ ਜੀ ਨੇ ਸਰਵਣ ਕੀਤਾ ਸੀ ਕਿ ਸਿੱਖ ਇਸ ਸਭਰਾਵਾਂ ਦੇ ਜੰਗ ਝਾਰ ਕੇ ਵਾਪਸ ਮੁੜ ਗਏ। ਕੁਝ ਉੱਥੇ ਹੀ ਉਹਨਾਂ ਨੂੰ ਜਿਹੜੀ ਸੀ ਉਹਨਾਂ ਅੰਗਰੇਜ਼ਾਂ ਨੇ ਮਾਰ ਦਿੱਤਾ ਤੇ ਅੰਗਰੇਜ਼ਾਂ ਦਾ ਵੀ ਕਾਫੀ ਨੁਕਸਾਨ ਹੋਇਆ ਸੀ ਤੇ ਸਿੱਖਾਂ ਦੇ ਵੀ ਸ਼ਾਮ ਸਿੰਘ ਅਟਾਰੀ ਵਰਗੇ ਜਿਨ੍ਹਾਂ ਦੇ ਕਈ ਗੋਲੀਆਂ ਸਰੀਰ 'ਚ ਲੱਗੀਆਂ, ਪਰ ਆਖਰੀ ਦਮ ਤੱਕ ਇਹ ਸੂਰਮੇ ਜਿਹੜੇ ਹਨ ਲੜਦੇ ਰਹੇ। ਸ਼ਾਮ ਸਿੰਘ ਅਟਾਰੀ ਜੀ ਇਹਨਾਂ ਨੇ ਮੈਦਾਨੇ ਜੰਗ ਦੇ ਵਿੱਚ ਸ਼ਹਾਦਤ ਪ੍ਰਾਪਤ ਕੀਤੀ ਹੈ। ਉਸ ਤੋਂ ਬਾਅਦ ਕੀ ਹੋਇਆ ਕਿ ਸਿੱਖ ਜਿਹੜੇ ਵਾਪਸ ਗਏ। ਸਤਲੁਜ ਦੀਆਂ ਇਹ ਲੜਾਈਆਂ ਸਿੱਖ ਕਿਉਂ ਹਾਰੇ, ਇਹ ਆਪ ਜੀ ਨੇ ਸਰਵਣ ਕਰ ਹੀ ਲਿਆ ਕਿ ਕਿਵੇਂ ਉਹਨਾਂ ਨੇ ਗਦਾਰੀ ਕੀਤੀ ਤੇ ਕੁਛ ਸਿਪਾਹੀਆਂ ਦੇ ਚੱਲਣ ਤੇ ਸੈਨਾਪਤੀਆਂ ਦੇ ਕਰਤੂਤਾਂ ਜਿਹੜੀਆਂ ਸੀ ਉਹ ਅੰਗਰੇਜ਼ਾਂ ਲਿਖਾਰੀਆਂ ਨੇ ਆਪ ਲਿਖੀਆਂ। ਇੱਕ ਮੈਕ ਗਰੇਰਰ ਆਪਣੀ ਕਿਤਾਬ 'ਚ ਲਿਖਦਾ, ਅੰਗਰੇਜ਼, ਉਹ ਥਾਂ ਥਾਂ ਗੱਲ ਲਿਖਦਾ ਕਿ ਇਹ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਸਿੱਖ ਕੁਦਰਤੀ ਤੌਰ ਤੇ ਸਿਪਾਹੀ ਹਨ। ਕਹਿੰਦਾ ਭੁੱਲੋ ਨਾ ਕਿ ਸਿੱਖ ਕੁਦਰਤੀ ਤੌਰ ਤੇ ਸਿਪਾਹੀ ਹੈ। ਉਹ ਹੋਰ ਕਿਸੇ ਨੌਕਰੀ ਦੀ ਪਰਵਾਹ ਨਹੀਂ ਕਰਦਾ ਜੋ ਉਹਦੇ ਧਾਰਮਿਕ ਅਸੂਲ ਦੇ ਉਲਟ ਹੋਵੇ। ਕਹਿੰਦਾ ਉਹ ਜੇ ਕੋਈ ਧਾਰਮਿਕ ਅਸੂਲਾਂ ਦੇ ਉਲਟਿਆ ਨਾ ਕੋਈ ਲੜਾਈ, ਕੋਈ ਨੌਕਰੀ, ਉਸ ਨੌਕਰੀ ਨੂੰ ਛੱਡ ਦੂਗਾ, ਪਰ ਉਹ ਤਿਆਰ ਪਰ ਤਿਆਰ ਰਹੇਗਾ ਤੇ ਲੜਨ ਵਾਸਤੇ ਹਮੇਸ਼ਾ ਤਿਆਰ ਰਹੇਗਾ ਸਿੱਖ। ਜੋ ਕਹਿੰਦਾ ਉਹਦੀ ਜ਼ਿੰਦਗੀ ਦਾ ਨਿਸ਼ਾਨਾ ਲੜਨਾ ਹੈ ਸਿਰਫ। ਅੱਗੇ ਚੱਲ ਕੇ ਉਹ ਕਹਿੰਦਾ ਆਪਣੀ ਕਿਤਾਬ ਦੇ ਵਿੱਚ, ਕਹਿੰਦਾ ਸਿੱਖ ਕੌਮ ਨੂੰ ਜੰਗੀ ਫਿਰਕਾ ਬਣਾਉਣ ਦਾ ਸਿਹਰਾ ਗੁਰੂ ਗੋਬਿੰਦ ਸਿੰਘ ਜੀ ਦੇ ਸਿਰ ਤੇ ਹੈ। ਅਸੂਲ ਅਨੁਸਾਰ ਹਰ ਸਿੱਖ ਵਾਸਤੇ ਤਲਵਾਰ ਰੱਖਣਾ ਜ਼ਰੂਰੀ ਹੈ ਤੇ ਉਹਦੀ ਜ਼ਿੰਦਗੀ ਦਾ ਪਰਮ ਧਰਮ ਜਿਹੜਾ ਉਹ ਯੁੱਧ ਹੈ। ਧਾਰਮਿਕ ਵਿਸ਼ਵਾਸ ਅਨੁਸਾਰ ਉਹ ਤਲਵਾਰ ਨੂੰ ਮਿਆਨ ਵਿੱਚ ਨਹੀਂ ਕਰ ਸਕਦੇ ਜਦ ਤੱਕ ਪ੍ਰਾਣ ਨਾ ਨਿਕਲ ਜਾਣ। ਤਲਵਾਰ ਨੀਵੀਂ ਹੋਵੇ ਤਾਂ ਜ਼ਿੰਦਗੀ ਦੀ ਸਮਾਪਤੀ ਨਾਲ। ਸਭਰਾਵਾਂ ਦੇ ਜੰਗ ਵਿੱਚ ਬੇਅੰਤ ਸੇ ਕਤਲ ਹੋਣ ਤੇ ਦਰਿਆ ਵਿੱਚ ਡੁੱਬਣ ਪਿੱਛੋਂ ਜਿਹੜੇ ਬਚੇ ਉਹ ਲੜਾਈ ਵਾਸਤੇ ਇਸ ਦਲੇਰੀ ਨਾਲ ਤਿਆਰ ਸਨ ਜਿਵੇਂ ਉਹਨਾਂ ਨੇ ਪਹਿਲੀਆਂ ਲੜਾਈਆਂ ਸਾਡੇ ਕੋਲੋਂ ਜਿੱਤ ਲਈਆਂ ਹੋਣ। ਇਹ ਇੱਕ ਅੰਗਰੇਜ਼ ਅਫਸਰ ਲਿਖਦਾ ਹੈ, ਮੈਕ ਗਰੇਰਰ।
कहता जिहड़े सिख रह गए सानू अजे भी तैयार सी कि हजे भी असीं लड़ना है, ते कहता नहीं तो जिहड़ी होर कौम हुंदी ते ओह डर के भज जांदी। कहता सिखां दे लीडर अपनी सिख नूं तबाह करना चाहुंदे सन ते दुश्मन दे इलाके ते कब्जा नहीं सी करना चाहुंदे सन। कहता वो तबाह करना चाहुंदे सी, वो साडे इलाके ते कोई कब्जा कुब्जा नहीं सी करना है। जिहड़े सिखां ने ये गदार जिहड़े सन तेजा सिंह लाल सिंह वर्गे। सुमित हरी लिखदा है, जिहड़ी एक सैना दी टुकड़ी दा मुखी सी, वो लिखदा कि आम तौर ते सिखां नूं गप्पी ते काम दे लई समझिया जांदा सी साडे विच, पर अंत सानू ये गल पता लग गई कि सिख बड़े बहादुर ते चंगे सिपाही हन, पर अफसोस की गल यह आ कि इन्हां दे सैनापति चंगे नहीं सन। कहता बड़े बहादुर आ, असीं इन्हां नूं समझदे सी काम दिले आ, कमजोर आ, गप्पा मारदे आ, पर कहता जदों साडे नाल जंग होई फिर सानू पता लग्या सिख बड़े बहादुर आ, पर जे इन्हां दे कहता सैनापति चंगे हुंदे ते जरूर इन्हां दा कुछ ना कुछ हो जांदा, जित जाना सी इन्हां ने। गफ लिखदा कहता साडी खुशकिस्मती आ कि सिख कौम दे लीडर नकम्मे सन। ये शुरू तो हुंदा आया साध संगत, जिहड़े भी साडे असीं चुणदे आ साडे लीडर वो हमेशा ही इवें दे निकलदे आ, पता नहीं की गल। लाल सिंह दी कनिंगम लिखदा कि खालसा फौज के लीडरां दे बारे लिखदा, वो सारी फौज जो उन्हां लीडरां दी निजी ताकत नूं घिरना करदी सी, समुचे तौर ते मरवाउणा चाहुंदे सन सारिआं नूं। लाल सिंह दी करतूत बारे लिखदा कनिंगम, वो कहंदा कि वो इस गद्दारी नाल सिख कौम नूं खतरे विच पा के अपने रुतबे वधाउणा चाहुंदा सी लाल सिंह। सर चार्लस जेम्स नपेलियर लिखदा, कहंदा कि जे गुलाब सिंह सिखां नाल धरो ना करदा, इधर उधर पई हुई अंग्रेजी फौज सिखां दी तलवार दी भेट चढ़ जानी सी ते असीं हार जाना सी। सो इस लड़ाई बाबत झूठियां रवायतां चलियां आउंदियां हन, जिन्हां ते चानना पाउणा जरूरी है। वो झूठा रवायतां कि एक गल पाठकां नूं समझ लैणी चाहीदी है कि देश धरोही धड़ा जिहड़ा वो जिहड़ी काली करतूत करदा सी, वो दूजियां दे सिर मड़ छड्डदा सी। इसे करके ये जिहड़ियां सन गल्लां चलियां आउंदियां सन, झूठियां रवायतां। इस नीति का शिकार महाराजा खड़क सिंह ते संधावाली भी होए सी, वो आप जी ने सरवण कीता। इन्हां ही चालां ते ਚੱਲਿਆ ਇਹ ਗੱਲ ਉਡਾ ਦਿੱਤੀ ਗਈ जो अजे तक अनपढ़ ते इतिहास नूं अणजाण बंदियां ते ਚੱਲੀ ਆਉਂਦੀ ਆ कि महाराणी जिंद कौर ने सिख फौज नूं भड़का के अंग्रेजां नाल लड़ाई कराई। ਇਹ ਗੱਲ ਚੱਲੀ ਆਉਂਦੀ ਹੈ कि अंग्रेजां नाल लड़ाई जिंद कौर दा करके होई, ਉਹਨੇ भड़काया सिख फौजां नूं कि जिंद कौर ने सिख फौजां नूं भड़का के अंग्रेजां नाल लड़ाई कराई। ਉਹਨੇ अंग्रेजां नूं चिट्ठियां लिखियां ते सभरावां दे मैदान च बरूद दी थां ते सरੋਂ ਘੱਲ ਦਿੱਤੀ। इस वास्ते सिख फौज हार गई। ਉਹਨੇ ਇਹ ਸਭ ਕੁਝ ਆਪਣੇ ਭਰਾ ਜਵਾਹਰ ਸਿੰਘ ਦਾ ਬਦਲਾ ਲੈਣ ਕਰਨ ਵਾਸਤੇ ਕੀਤਾ ਸੀ। ਹੁਣ ਇਹਦੇ ਤੇ ਵਿਚਾਰ ਕਰਨੀ ਕਹਿੰਦੇ ਚਾਹੀਦੀ ਹੈ ਥੋੜੀ ਜੀ ਕਿ ਕੀ ਮਹਾਰਾਣੀ ਜਿੰਦ ਕੌਰ ਦੋਸ਼ੀ ਹੈ। ਹੁਣ ਇਸੇ ਹੀ ਕਿਤਾਬ ਜਿਹੜੀ ਜਿਵੇਂ ਆਪਾਂ ਗੱਲ ਲਈ ਆ, ਇਸੇ ਕਿਤਾਬ ਦੇ ਕਹਿੰਦੇ ਕਿ ਤੀਜੇ ਕਾਂਡ ਦਾ ਜਦੋਂ ਆਰੰਭ ਹੁੰਦਾ ਤੇ ਉਹਦੇ ਵਿੱਚ ਕੁਝ ਪੱਤਰੇ ਫੋਲ ਕੇ ਲਿਖਿਆ ਆ ਕਿ ਆਪ ਨੂੰ ਪਤਾ ਲੱਗ ਜਾਏ ਕਿ ਲੜਾਈ ਤੇ ਪੈਦਾ ਕਰਨ ਵਾਲੇ ਅੰਗਰੇਜ਼ ਸਨ ਤੇ ਉਧਰੋਂ ਖਾਲਸਾ ਫੌਜ ਨੂੰ ਭੜਕਾਉਣ ਵਾਲਾ ਲਾਲ ਸਿੰਘ ਤੇ ਤੇਜਾ ਸਿੰਘ ਸੀ, ਜੋ ਅੰਦਰੋਂ ਅੰਗਰੇਜ਼ਾਂ ਦੇ ਨਾਲ ਰਲੇ ਮਿਲੇ ਸਨ। ਮਹਾਰਾਣੀ ਜਿੰਦ ਕੌਰ ਇਹ ਲੜਾਈ ਛੇੜਨ ਦੇ ਵਿਰੁੱਧ ਸੀ, ਇਹ ਗੱਲ ਪਤੀ ਹੈ। ਬਾਕੀ ਗੱਲ ਇਹ ਚਿੱਠੀਆਂ ਦੀ ਗਵਰਨਮੈਂਟ ਦੇ ਸਾਰੇ ਕਾਗਜ਼ ਤੇ ਸਮਕਾਲੀ ਇਤਿਹਾਸ ਖੋਲ ਕੇ ਵੇਖਣਾ ਚਾਹੀਦਾ। ਇਸ ਮਤਲਬ ਦੀ ਰਾਣੀ ਜਿੰਦ ਕੌਰ ਦੀ ਕੋਈ ਚਿੱਠੀ ਨਹੀਂ ਮਿਲੇਗੀ ਇਸ ਤਰ੍ਹਾਂ ਦੀ ਜਿਹੜੀ ਉਹਨਾਂ ਨੇ ਅੰਗਰੇਜ਼ਾਂ ਨੂੰ ਲਿਖੀ ਹੋਵੇ। ਹਾਂ, ਲਾਲ ਸਿੰਘ, ਤੇਜ ਸਿੰਘ ਤੇ ਗੁਲਾਬ ਸਿੰਘ ਦੀਆਂ ਚਿੱਠੀਆਂ ਉਹ ਜ਼ਰੂਰ ਮਿਲਣਗੀਆਂ ਜਿਹੜੀਆਂ ਇਹਨਾਂ ਨੇ ਅੰਗਰੇਜ਼ਾਂ ਨੂੰ ਲਿਖੀਆਂ ਸਨ। ਲਾਲ ਸਿੰਘ ਵਾਰ-ਵਾਰ ਅੰਗਰੇਜ਼ਾਂ ਨੂੰ ਇਹ ਗੱਲ ਲਿਖਦਾ ਰਿਹਾ ਕਿ ਮੈਂ ਤੁਹਾਡਾ ਮਿੱਤਰ ਹਾਂ। ਗੁਲਾਬ ਸਿੰਘ ਵਜ਼ੀਰ ਬਣ ਕੇ ਹਾਰਡਿੰਗ ਨਾਲ ਫੈਸਲਾ ਕਰਦਾ ਹੈ ਕਿ ਖਾਲਸਾ ਫੌਜ ਨੂੰ ਤਬਾਹ ਕਰ ਦਿੱਤਾ ਜਾਵੇ, ਤਦ ਹੀ ਲਾਹੌਰ ਦਰਬਾਰ ਸੁਲਾਹ ਤੇ ਪੱਕਾ ਰਹਿ ਸਕੇਗਾ। ਇਹ ਗੱਲ ਤੇਜਾ ਸਿੰਘ ਲਿਖਦਾ ਰਿਹਾ। ਹੁਣ ਬਰੂਦ ਤੇ ਸਰੋਂ ਬਾਰੇ ਆਪ ਪੜ੍ਹ ਚੁੱਕੇ ਹੋ, ਆਪਾਂ ਆਪ ਜੀ ਨੇ ਸਰਵਣ ਕੀਤਾ। ਬਰੂਦ ਤੇ ਸਰੋਂ ਭੇਜੀ ਬਰੂਦ ਦੀ ਥਾਂ ਤੇ। ਇਹ ਤੇਜ ਸਿੰਘ ਦੀ ਕਰਤੂਤ ਸੀ। ਉਹਨੇ ਬੇੜੀਆਂ ਦਾ ਪੁਲ ਤੋੜ ਦਿੱਤਾ, ਬਹੁਤ ਸਾਰੀਆਂ ਬਰੂਦ ਨਾਲ ਭਰੀਆਂ ਬੇੜੀਆਂ ਜਿਹੜੀਆਂ ਦਰਿਆ 'ਚ ਡੋਬ ਦਿੱਤੀਆਂ ਤੇ ਬਾਕੀ ਪੇਟੀਆਂ 'ਚ ਬਰੂਦ ਦੀ ਥਾਂ ਤੇ ਸਰੋਂ ਭਰ ਦਿੱਤਾ। ਪਰ ਇਹ ਦੂਸ਼ਣ ਜਿੰਦ ਕੌਰ ਦੇ ਸਿਰ ਤੇ ਮੜਿਆ ਗਿਆ। ਸਿਰਫ ਇਸ ਵਾਸਤੇ ਕਿ ਆਮ ਜਨਤਾ ਲਾਲ ਸਿੰਘ ਤੇ ਤੇਜਾ ਸਿੰਘ ਤੇ ਗੁਲਾਬ ਸਿੰਘ ਆਦਿ ਦੀਆਂ ਖੋਟੀਆਂ ਚਾਲਾਂ ਨੂੰ ਸਮਝ ਨਾ ਸਕੇ।
ਸੋ ਇਹ ਯਾਦ ਰਹੇ ਕਿ ਮਹਾਰਾਣੀ ਜਿੰਦ ਕੌਰ ਇਸ ਦੂਸ਼ਣ ਤੋਂ ਬਿਲਕੁਲ ਬਰੀ ਤੇ ਨਿਰਦੋਸ਼ ਹੈ। ਉਹਨੂੰ ਅੰਤ ਤੱਕ ਇਸ ਧੋਖੇ ਦਾ ਪਤਾ ਨਹੀਂ ਚੱਲਿਆ। ਲੜਾਈ ਉਸ ਤੋਂ ਬਾਰ-ਬਾਰੀ ਹੋਈ ਫੌਜ ਨੇ ਛੇੜੀ ਸੀ। ਉਹ ਮੋਏ ਭਰਾ ਦਾ ਬਦਲਾ ਲੈਣ ਬਦਲੇ ਮਾਸੂਮ ਬੱਚੇ ਦਲੀਪ ਸਿੰਘ ਦੀ ਜਿਹੜੀ ਹੈ ਧੌਣ ਉੱਤੇ ਕਦੇ ਛੁਰੀ ਨਹੀਂ ਸੀ ਰੱਖ ਸਕਦੀ। ਉਹ ਜਾਣਦੀ ਸੀ ਕਿ ਸਿੱਖ ਫੌਜ ਦੀ ਹਾਰ ਦਾ ਅਰਥ ਹੈ ਦਲੀਪ ਸਿੰਘ ਦੇ ਰਾਜ ਦੀ ਬਰਬਾਦੀ। ਇਹ ਗੱਲ ਮਹਾਰਾਣੀ ਜਿੰਦ ਕੌਰ ਚੰਗੀ ਤਰ੍ਹਾਂ ਜਾਣਦੀ ਸੀ। ਹੁਣ ਇੱਕ ਆਖਰੀ ਸਵਾਲ ਵੀ ਉੱਠਦਾ ਕਿ ਇਸ ਲੜਾਈ ਵਿੱਚ ਸਿੱਖ ਹਾਰੇ ਕਿਉਂ? ਕਿਉਂ ਲਾਲ ਸਿੰਘ, ਤੇਜ ਸਿੰਘ ਆਦਿ ਨੇ ਦੇਸ਼ ਦਾ ਵਿਸ਼ਾਘਾਤ ਕੀਤਾ? ਕਾਹਦੇ ਵਾਸਤੇ ਤਿਆਰ ਹੋ ਗਏ? ਕਿਉਂ ਮਰ ਮਿਟਣ ਵਾਸਤੇ ਸਿਪਾਹੀਆਂ, ਮਜ਼ਬੂਤ ਤੋਪਾਂ ਦੇ ਪੱਕੇ ਨਿਸ਼ਾਨਬਾਜ਼ ਗੋਲੰਦਾਜ਼ਾਂ ਦੇ ਹੁੰਦਿਆਂ ਵੀ ਖਾਲਸਾ ਫੌਜ ਹਾਰ ਗਈ? ਕੀ ਗੱਲ ਬਣੀ? ਇਹਦੇ ਕਾਰਨ ਇਹ ਆ ਕਿ ਸਭ ਤੋਂ ਵੱਡਾ ਕਾਰਨ ਹੈ ਫੌਜਾਂ ਦੇ ਅਫਸਰਾਂ ਵਿੱਚ ਅਜੋੜ ਸੀ। ਦੋਵੇਂ ਧਿਰਾਂ ਆਪਸ ਦੇ ਵਿੱਚ ਬੜੇ ਦੂਰ ਹੋ ਗਏ ਸਨ ਤੇ ਆਪੋ ਆਪਣੇ ਵੱਖੋ ਵੱਖਰੇ ਲਾਭ ਸਾਰੇ ਸੋਚਦੇ ਸੀ। ਸਿਪਾਹੀਆਂ ਦੀ ਅਭਿਮਾਨੀ ਸੁਭਾਅ ਤੇ ਅਫਸਰਾਂ ਦੀ ਖੁਦਗਰਜੀ ਲੈ ਲੱਥੇ। ਫੌਜ ਵੱਡੀਆਂ ਤਨਖਾਹਾਂ ਤੇ ਰਾਜ ਪ੍ਰਬੰਧ ਵਿੱਚ ਆਪਣਾ ਅਟੱਲ ਹੁਕਮ ਕਾਇਮ ਰੱਖਣ ਦੇ ਹੱਕ ਵਿੱਚ ਸੀ ਤੇ ਅਫਸਰ ਆਪ ਉਤਰੀ ਫੌਜ ਨੂੰ ਤਬਾਹ ਕਰਕੇ ਅੰਗਰੇਜ਼ਾਂ ਦੀ ਮਦਦ ਤੇ ਆਪਣੀ ਤਾਕਤ ਵਧਾਉਣਾ ਚਾਹੁੰਦੇ ਸੀ। ਜਿਹੜੇ ਮੇਨ ਲੀਡਰ ਸਨ ਤੇਜਾ ਸਿੰਘ ਵਰਗੇ। ਦੋਵਾਂ ਧਿਰਾਂ ਦਾ ਨਿਸ਼ਾਨਾ ਵੱਖੋ ਵੱਖਰਾ ਸੀ। ਲਾਰਡ ਹਾਰਡਿੰਗ ਦੇ ਇਸ ਵਾਕ ਤੋਂ ਪਤਾ ਲੱਗਦਾ ਹੈ ਜੋ ਉਹਨੇ ਕਿਹਾ ਕਿ ਲਾਹੌਰ ਦਰਬਾਰ ਨਾਲ ਸੁਲ੍ਹਾ ਕਰਨ ਵਾਲੀ ਸੌਖੀ ਨਹੀਂ, ਪਰ ਖਾਲਸਾ ਫੌਜ ਦਾ ਕੌਣ ਜ਼ਿੰਮੇਵਾਰ ਬਣੇ। ਇਹ ਗੱਲ ਸਾਫ਼ ਪ੍ਰਗਟ ਕਰਦੀ ਹੈ ਕਿ ਫੌਜ ਤੇ ਅਫਸਰ ਦੋ ਵੱਖ-ਵੱਖ ਚੀਜ਼ਾਂ ਸਨ। ਭਾਵ ਫੌਜ ਵੱਖਰੀ ਹੈ, ਅਫਸਰ ਵੱਖਰੇ ਸਨ। ਭਾਵ ਲੀਡਰ ਵੱਖਰੇ ਸਨ, ਵਜ਼ੀਰ ਆਦਿਕ ਵੱਖਰੇ ਸਨ, ਉਹਨਾਂ ਦੀ ਗੱਲ ਵੱਖਰੀ ਹੈ ਤੇ ਜਿਹੜੀ ਖਾਲਸਾ ਫੌਜ ਸੀ ਉਹਦੀ ਗੱਲ ਵੱਖਰੀ ਹੈ। ਉਹ ਆਪਣੇ ਦਮ ਤੇ ਲੜਨਾ ਚਾਹੁੰਦੇ ਸੀ, ਪਰ ਅਫਸਰ ਜਿਹੜੇ ਸੀ ਉਹਨਾਂ ਨੂੰ ਖਤਮ ਕਰਾਉਣਾ ਚਾਹੁੰਦੇ ਸੀ। ਇਹ ਗੱਲਾਂ ਵੱਖਰੀਆਂ ਇਹ ਅੰਗਰੇਜ਼ਾਂ ਦੀਆਂ ਲਿਖਤਾਂ ਤੋਂ ਪਤਾ ਲੱਗਦਾ। ਹੁਣ ਜਦੋਂ ਸਰਦਾਰ ਜਵਾਹਰ ਸਿੰਘ ਦੇ ਜਦੋਂ ਕਤਲ ਹੋ ਗਿਆ, ਜਵਾਹਰ ਸਿੰਘ ਰਾਣੀ ਜਿੰਦ ਕੌਰ ਦਾ ਭਰਾ, ਦਲੀਪ ਸਿੰਘ ਦਾ ਮਾਮਾ, ਫੌਜਾਂ ਤੋਂ ਡਰਦਾ ਪੰਜਾਬ ਦਾ ਕੋਈ ਵੀ ਵਜ਼ੀਰ ਬਣਨ ਲਈ ਤਿਆਰ ਨਹੀਂ ਸੀ, ਕਿਉਂਕਿ ਫੌਜੀ ਪੰਚਾਂ ਦੇ ਇਸ਼ਾਰੇ ਤੇ ਸਿਪਾਹੀਆਂ ਦੇ ਤੋਂ ਕਈ ਲਾਇਕ ਮਹਾਰਾਜੇ, ਨਾਮਵਰ ਸਰਦਾਰ, ਵਜ਼ੀਰ, ਸਾਹਿਬਜ਼ਾਦੇ ਮਾਰੇ ਗਏ ਸਨ। ਆਪਾਂ ਪੜ੍ਹਿਆ ਅੰਤ ਜੀ ਲਾਲ ਸਿੰਘ ਤੇ ਤੇਜ ਸਿੰਘ ਕਰਮਵਾਰ ਵਜ਼ੀਰ ਤੇ ਸੈਨਾਪਤੀ ਬਣੇ ਵੀ ਤਾਂ ਉੱਪਰਲੇ ਰੋਗ ਦਾ ਇਲਾਜ ਸੋਚ ਕੇ ਬਣੇ ਸੀ ਤੇ ਉਹ ਇਲਾਜ ਉਹਨਾਂ ਦੇ ਖਿਆਲ ਵਿੱਚ ਇੱਕੋ ਹੀ ਸੀ। ਉਹ ਇਲਾਜ ਇਹ ਸੀ ਕਿ ਸਿੱਖ ਫੌਜ ਨੂੰ ਅੰਗਰੇਜ਼ਾਂ ਨਾਲ ਪੜਾ ਕੇ ਤਬਾਹ ਕਰ ਦਿੱਤਾ ਜਾਵੇ ਤੇ ਇਸ ਕੰਮ ਦੇ ਵਿੱਚ ਕਿੱਥੋਂ ਤੱਕ ਤੇ ਕਿਵੇਂ ਸਫਲ ਹੋਏ ਇਹ ਆਪ ਜੀ ਨੇ ਸਰਵਣ ਕਰ ਹੀ ਲਿਆ। ਉਹ ਚਾਹੁੰਦੇ ਸੀ ਕਿ ਜੇ ਇਸ ਗੱਲ ਤੋਂ ਬਚਣਾ ਹੈ ਤੇ ਉਹਦੇ ਵਾਸਤੇ ਸਿੱਖਾਂ ਨੂੰ ਅੰਗਰੇਜ਼ਾਂ ਨਾਲ ਪੜਾ ਦਿੱਤਾ ਜਾਵੇ ਤੇ ਆਪੇ ਖਤਮ ਹੋ ਜਾਣਗੇ ਤੇ ਸਾਡਾ ਜਿਹੜਾ ਆ ਇੱਥੇ ਦਬਦਬਾ ਬਣ ਜਾਵੇਗਾ ਲਾਹੌਰ ਦੇ ਵਿੱਚ। ਇਸ ਤੋਂ ਇਲਾਵਾ ਛੋਟੇ ਛੋਟੇ ਹੋਰ ਵੀ ਕਾਰਨ ਆ, ਜਿਵੇਂ ਯੂਰਪੀਅਨ ਅਫਸਰ ਨੌਕਰੀ ਤੇ ਰੱਖੇ ਸੀ, ਉਹ ਬਗਾਵਤ ਕਰਕੇ ਉਹ ਸਿੱਖ ਘੁੰਮ ਦੇ ਭੇਤ ਅੰਗਰੇਜ਼ਾਂ ਨੂੰ ਜਾ ਕੇ ਉਹਨਾਂ ਨੇ ਦੱਸੇ ਆ। ਲੜਾਈ ਵਿੱਚ ਵੀ ਉਹ ਕੁਛ ਉਹੋ ਜਿਹਾ ਨਹੀਂ ਕਰਦੇ ਸਨ ਜਿਸ ਤੋਂ ਅੰਗਰੇਜ਼ਾਂ ਨੂੰ ਲਾਭ ਤੇ ਸਿੱਖਾਂ ਨੂੰ ਨੁਕਸਾਨ ਪੁੱਜੇ। ਇਹੋ ਜਿਹੀਆਂ ਗੱਲਾਂ ਉਹ ਕਰਦੇ ਸੀ। ਕੁਛ ਮੁਸਲਮਾਨ ਅਫਸਰ ਤੇ ਫੌਜ ਵੀ ਸੀ ਜਿਨ੍ਹਾਂ ਮੈਦਾਨ ਦੇ ਵਿੱਚ, ਖਾਸ ਕਰ ਸਭਰਾਂ ਦੇ ਵਿੱਚ ਐਸੇ ਢੰਗ ਵਰਤੇ ਜਿਵੇਂ ਤੋਪ ਦੇ ਮੂੰਹ ਤਾਂ ਨੂੰ ਕਰਕੇ ਤੋਪ ਚਲਾਈ ਗਏ, ਗੋਲੇ ਅੰਗਰੇਜ਼ੀ ਫੌਜ ਤੋਂ ਪਾਰ ਲੰਘੀ ਗਏ, ਨੁਕਸਾਨ ਉਹਨਾਂ ਦਾ ਕੋਈ ਨਾ ਕਰਨ, ਜਿਨ੍ਹਾਂ ਤੋਂ ਦੁਸ਼ਮਣ ਨੂੰ ਲਾਭ ਪੁੱਜਾ। ਪਰ ਇਹ ਕੰਮ ਉਹਨਾਂ ਉਦੋਂ ਕੀਤਾ ਜਦੋਂ ਉਹਨਾਂ ਨੂੰ ਸਿੱਖਾਂ ਦੀ ਹਾਰ ਦਾ ਯਕੀਨ ਹੋ ਗਿਆ ਕਿ ਸਿੱਖ ਹੁਣ ਹਾਰ ਜਾਣਗੇ। ਮੈਕਗਰੇਰ ਦਾ ਹਵਾਲਾ ਏਦਾਂ ਦਿੰਦਾ, ਉਹ ਕਹਿੰਦਾ ਕਿ ਪੰਜਾਬ ਦੇ ਮੁਸਲਮਾਨ ਸਿੱਖਾਂ ਦਾ ਨਵੇਕਲਾ ਰਾਜ ਪਸੰਦ ਨਹੀਂ ਕਰਦੇ ਸਨ। ਉਹ ਭੁੱਲੇ ਨਹੀਂ ਸਨ ਕਿ ਥੋੜਾ ਚਿਰ ਪਹਿਲਾਂ ਉਹ ਆਪ ਲਾਹੌਰ ਦੇ ਬਾਦਸ਼ਾਹ ਸਨ। ਤੋਪਖਾਨੇ ਦਾ ਹਾਕਮ ਮੁਸਲਮਾਨ ਸੀ ਤੇ ਉਹਦੇ ਚੰਗੇ ਤੋਪਚੀ ਵੀ ਮੁਸਲਮਾਨ ਹੀ ਸਨ। ਉਹ ਸਿੱਖਾਂ ਵਾਂਗ ਮੁਲਕ ਬਦਲੇ ਨਹੀਂ ਲੜੇ ਸਨ, ਉਹ ਸਿਰਫ ਤਨਖਾਹਦਾਰ ਨੌਕਰ ਸਨ, ਭਾਵੇਂ ਉਹ ਸੱਚੇ ਤੇ ਵਫਾਦਾਰ ਨੌਕਰ ਸਮਝੇ ਜਾਂਦੇ ਸਨ। ਪਰ ਜਿਸ ਅੰਗਰੇਜ਼ ਦੀ ਫਤਿਹ ਵਾਸਤੇ ਦੁਆਵਾਂ ਮੰਗਦੇ ਸਨ, ਉਸ ਬਦਲੇ ਉਹ ਥੋੜਾ ਬਹੁਤ ਹੱਥ ਢਿੱਲਾ ਵੀ ਕਰ ਸਕਦੇ ਸਨ, ਭਾਵੇਂ ਉਹ ਉਹਨਾਂ ਲੋਕਾਂ ਭਾਵ ਸਿੱਖਾਂ ਦੇ ਮਦਦਗਾਰੀ ਬਣੇ ਸਨ ਜਿਨ੍ਹਾਂ ਨੂੰ ਉਹ ਧਾਰਮਿਕ ਵਜ੍ਹਾ ਅਨੁਸਾਰ ਆਪਣੀਆਂ ਅੱਖਾਂ 'ਚ ਗੁਲਾਮ ਵੇਖਣਾ ਚਾਹੁੰਦੇ ਸਨ। ਹਾਂ, ਕੁਝ ਮੁਸਲਮਾਨ ਬੜੇ ਨੇਕ ਤੇ ਵਫਾਦਾਰ ਰਹੇ ਜੋ ਸਭਰਾ ਦੇ ਮੈਦਾਨ ਦੇ ਵਿੱਚ ਬਹਾਦਰਾਂ ਵਾਂਗ ਲੜ ਕੇ ਮਰਦਾਂ ਦੀ ਮੌਤ ਮਰੇ। ਇਹ ਗੱਲ ਅੰਗਰੇਜ਼ ਅਫਸਰ ਲਿਖਦਾ ਕਿ ਜਿਹੜੇ, ਕਿਉਂਕਿ ਮੁਸਲਮਾਨਾਂ ਦਾ ਪਹਿਲਾਂ ਲਾਹੌਰ ਤੇ ਰਿਹਾ ਕਬਜ਼ਾ ਆਪ ਜੀ ਨੇ ਸਰਵਣ ਕੀਤਾ ਪਿਛਲੇ ਦਿਨਾਂ 'ਚ, ਜਿਵੇਂ ਸਿੱਖ ਰਾਜ ਕਿਵੇਂ ਬਣਿਆ ਦੇ ਵਿੱਚ, ਤੇ ਉਹ ਚਾਹੁੰਦੇ ਸਨ ਕਿ ਸਿੱਖਾਂ ਦੇ ਨਾਲ ਧਾਰਮਿਕ ਗੁਲਾਮ ਚਾਹੁੰਦੇ ਸਨ ਕਿ ਸਿੱਖ ਸਾਡੇ ਗੁਲਾਮ ਬਣ ਕੇ ਰਹਿਣ। ਇਸ ਕਰਕੇ ਉਹ ਜਾਣ ਬੁੱਝ ਕੇ ਉਹਨਾਂ ਨੇ ਵੀ ਕੋਈ ਵਫਾਦਾਰੀ ਨਹੀਂ ਕੀਤੀ ਸਿੱਖਾਂ ਨਾਲ। ਹਾਂ, ਕੁਝ ਕੁ ਜਿਹੜੇ ਮੁਸਲਮਾਨ ਸਨ ਨੇਕ ਦਿਲ, ਉਹ ਬੜੇ
ਡਟ ਕੇ ਇਸ ਮੈਦਾਨੇ ਜੰਗ ਦੇ ਵਿੱਚ ਲੜੇ ਤੇ ਉਹਨਾਂ ਸ਼ਹਾਦਤ ਪ੍ਰਾਪਤ ਕੀਤੀ ਹੈ। ਇਸ ਲੜਾਈ ਵਿੱਚ 12-15 ਹਜ਼ਾਰ ਜਿਹੜੀ ਸਿੱਖ ਫੌਜ ਦੀ ਤਬਾਹੀ ਹੋ ਗਈ ਸੀ। 10 ਤੋਂ 11 ਫਰਵਰੀ ਦੀ ਵਿਚਲੀ ਰਾਤ ਫਿਰੋਜ਼ਪੁਰ ਕੋਲੋਂ ਅੰਗਰੇਜ਼ ਸਤਲੁਜ ਤੋਂ ਪਾਰ ਹੋਏ ਤੇ 12 ਫਰਵਰੀ ਨੂੰ ਬਿਨਾਂ ਰੁਕਾਵਟ ਕਸੂਰ ਆਣ ਕੇ ਮੰਨ ਲਿਆ ਨਾ। ਇੱਥੇ ਹੀ ਅੰਗਰੇਜ਼ਾਂ ਨੂੰ ਖਬਰ ਮਿਲੀ ਕਿ 20,000 ਖਾਲਸਾ ਫੌਜ ਜਿਹੜੀ ਅੰਮ੍ਰਿਤਸਰ 'ਚ ਇਕੱਠੀ ਹੋ ਗਈ ਆ। ਉੱਥੇ ਗੋਬਿੰਦਗੜ੍ਹ ਦੇ ਕਿਲੇ ਦੇ ਵਿੱਚ ਉਹਨਾਂ ਦੇ ਕੋਲ ਤੋਪਾਂ ਤੇ ਬਰੂਦ ਸਿੱਕਾ ਵੀ ਬਹੁਤ ਹੈ, ਪਰੰਤੂ ਫੌਜ ਕੋਲ ਕੋਈ ਲੀਡਰ ਨਹੀਂ ਹੈ। 14 ਫਰਵਰੀ 1846 ਈਸਵੀ ਨੂੰ ਹਿੰਦੁਸਤਾਨ ਦੇ ਗਵਰਨਰ ਜਨਰਲ ਲਾਰਡ ਹਾਰਡਿੰਗ ਨੇ ਕਸੂਰ ਤੋਂ ਹੇਠ ਲਿਖਿਆ ਐਲਾਨ ਕੱਢਿਆ। ਇੱਕ ਐਲਾਨ ਕੱਢਿਆ ਉਹਨੇ, ਐਲਾਨ ਸੀ ਕਿ ਸਤਲੁਜ ਦੇ ਖੱਬੇ ਪਾਸਿਓਂ ਸਿੱਖ ਫੌਜ ਭਜਾ ਦਿੱਤੀ ਗਈ ਹੈ। ਉਹ ਹਰ ਗੱਲ ਵਿੱਚ ਹਾਰ ਗਈ ਹੈ। ਉਸ ਦੀਆਂ 220 ਤੋਂ ਵਧੇਰੇ ਜੰਗੀ ਤੋਪਾਂ ਖੋਹ ਲਈਆਂ ਗਈਆਂ ਹਨ। ਅੰਗਰੇਜ਼ੀ ਫੌਜ ਸਤਲੁਜ ਪਾਰ ਕਰਕੇ ਪੰਜਾਬ ਵਿੱਚ ਦਾਖਲ ਹੋ ਗਈ ਹੈ। ਇਸ ਐਲਾਨ ਰਾਹੀਂ ਗਵਰਨਰ ਜਨਰਲ ਪ੍ਰਗਟ ਕਰਦਾ ਹੈ ਕਿ ਅੰਗਰੇਜ਼ ਸਰਕਾਰ ਨੂੰ ਪਿਛਲੇ 13 ਦਸੰਬਰ ਦੇ ਐਲਾਨ ਅਨੁਸਾਰ ਇਹ ਕਦਮ ਉਠਾਉਣਾ ਪਿਆ ਹੈ, ਕਿਉਂਕਿ ਗਵਰਨਰ ਜਨਰਲ ਨੂੰ ਅੰਗਰੇਜ਼ੀ ਇਲਾਕੇ ਦੀ ਰਾਖੀ ਕਰਨ ਵਾਸਤੇ ਉੱਤੇ ਮਜਬੂਰ ਕੀਤਾ ਗਿਆ ਤੇ ਅੰਗਰੇਜ਼ੀ ਵਕਾਰ ਨੂੰ ਕਾਇਮ ਰੱਖਣਾ, ਸੁਲ੍ਹਾ ਤੋੜਨ ਵਾਲਿਆਂ ਨੂੰ ਸਜ਼ਾ ਦੇਣੀ ਤੇ ਜਨਤਾ ਦੇ ਵਿੱਚ ਅਮਨ ਕਾਇਮ ਰੱਖਣਾ ਇਹ ਜ਼ਰੂਰੀ ਹੈ। ਇਹ ਗੱਲ ਅੰਗਰੇਜ਼ ਲਿਖਦਾ ਆਪਣੀ ਲਿਖਤ ਦੇ ਵਿੱਚ। ਅਸੀਂ ਲਗਾਤਾਰ ਬੜੇ ਜ਼ੋਰ ਨਾਲ ਕਹਿੰਦਾ ਅੱਗੇ ਵਧਦੇ ਰਹਾਂਗੇ ਜਦ ਤੱਕ ਸਾਡਾ ਚਿਤਵਿਆ ਹੋਇਆ ਮਨੋਰਥ ਪੂਰਾ ਨਾ ਹੋ ਜਾਵੇ। ਇਹ ਅੰਗਰੇਜ਼ ਲਿਖਦਾ ਕਿ ਅੰਗਰੇਜ਼ੀ ਫੌਜਾਂ ਹੱਥੋਂ ਪੰਜਾਬ ਦਾ ਕਬਜ਼ਾ ਨਹੀਂ ਛੱਡਿਆ ਜਾਵੇਗਾ ਜਦ ਤੱਕ ਅੰਗਰੇਜ਼ ਸਰਕਾਰ ਦੀ ਹੱਦ ਤੱਕ ਤੇ 1809 ਦੀ ਸੁਲ੍ਹਾ ਤੋੜਨ ਦਾ ਬਦਲਾ ਨਾ ਲਿਆ ਜਾਵੇ, ਕਿਉਂਕਿ ਸਾਡੇ ਵੱਲੋਂ ਕੋਈ ਛੇੜਖਾਨੀ ਕੀਤੇ ਬਿਨਾਂ ਸਿੱਖਾਂ ਨੇ ਅੰਗਰੇਜ਼ੀ ਇਲਾਕੇ ਤੇ ਹਮਲਾ ਕੀਤਾ ਹੈ। ਇਹਨਾਂ ਗੱਲਾਂ ਦੇ ਨਾਲ ਹੀ ਲੜਾਈ ਦਾ ਸਾਰਾ ਖਰਚਾ ਲਿਆ ਜਾਵੇਗਾ ਤੇ ਆਉਣ ਵਾਲੀ ਲਾਹੌਰ ਦੀ ਹਕੂਮਤ ਨਾਲ ਉਹ ਸ਼ਰਤਾਂ ਪੱਕੀਆਂ ਕੀਤੀਆਂ ਜਾਣਗੀਆਂ ਜਿਨ੍ਹਾਂ ਦੁਆਰਾ ਅੰਗਰੇਜ਼ੀ ਸਰਕਾਰ ਨੂੰ ਇਹ ਤਸੱਲੀ ਰਹੇ ਕਿ ਫੇਰ ਕਦੇ ਇਹੋ ਜਿਹੀ ਗੜਬੜ ਨਹੀਂ ਹੋਵੇਗੀ। ਲਾਹੌਰ ਜਾਂ ਲਾਹੌਰ ਦੀ ਫੌਜ ਦੇ ਵਿਰੁੱਧ ਕਹਿੰਦਾ ਅੰਗਰੇਜ਼ੀ ਸਰਕਾਰ ਨੇ ਮੁਲਕ ਮੱਲਣ ਵਾਸਤੇ ਜੰਗ ਨਹੀਂ ਕੀਤੀ, ਜਿਵੇਂ ਪਹਿਲਾਂ 13 ਦਸੰਬਰ ਦੇ ਐਲਾਨ ਵਿੱਚ ਦੱਸਿਆ ਗਿਆ ਸੀ। ਗਵਰਨਰ ਲਿਖ ਰਿਹਾ ਆਪਣੀ ਚਿੱਠੀ ਦੇ ਵਿੱਚ, ਕਹਿੰਦਾ ਗਵਰਨਰ ਜਨਰਲ ਬੜੀ ਇੱਛਾ ਕਿ ਪੰਜਾਬ ਦੇ ਵਿੱਚ ਇੱਕ ਬਲਵਾਨ ਸਿੱਖ ਹਕੂਮਤ ਕਾਇਮ ਹੋਈ ਵੇਖੇ, ਜਿਹੜੀ ਆਪਣੀ ਫੌਜ ਨੂੰ ਕਾਬੂ ਰੱਖ ਸਕੇ ਤੇ ਰਈਅਤ ਦੀ ਰਾਖੀ ਕਰ ਸਕੇ। ਇਸ ਇਰਾਦੇ ਦਾ ਸਬੂਤ ਹੈ ਕਿ ਅੰਗਰੇਜ਼ਾਂ ਵੱਲੋਂ ਜੰਗ ਦੀ ਕੋਈ ਤਿਆਰੀ ਨਹੀਂ ਸੀ। ਜਦੋਂ ਲਾਹੌਰ ਦਰਬਾਰ ਨੇ ਬਿਨਾਂ ਕਿਸੇ ਕਾਰਨ ਜਾਂ ਢੁਕਵੇਂ ਬਹਾਨੇ ਦੇ ਅੰਗਰੇਜ਼ਾਂ ਉੱਤੇ ਅਚਾਨਕ ਹਮਲਾ ਕਰ ਦਿੱਤਾ, ਇਸ ਅਚਾਨਕ ਹਮਲੇ ਨੇ ਅੰਗਰੇਜ਼ਾਂ ਨੂੰ ਹਥਿਆਰ ਚੁੱਕਣ ਤੇ ਉਲਟਾ ਹਮਲਾ ਕਰਨ ਉੱਤੇ ਮਜਬੂਰ ਕਰ ਦਿੱਤਾ। ਹੁਣ ਲਾਹੌਰ ਦਰਬਾਰ ਉੱਤੇ ਵੀ ਜੋ ਮੁਸੀਬਤ ਆਵੇ ਉਹਦੀ ਜ਼ਿੰਮੇਵਾਰੀ ਕੇਵਲ ਉਹਦੀ ਆਪ ਉਧਰੀ ਕਰਨੀ ਤੇ ਉਹਦੀ ਫੌਜ ਦੇ ਸਿਰ ਦੇ ਉੱਤੇ ਹੈ। ਅੰਗਰੇਜ਼ ਸਰਕਾਰ ਹੋਰ ਮੁਲਕ ਮੱਲਣ ਦੀ ਚਾਹਵਾਨ ਨਹੀਂ ਹੈ। ਕਹਿੰਦਾ ਕਿ ਅੰਗਰੇਜ਼ ਸਰਕਾਰ ਹੋਰ ਮੁਲਕ ਮੱਲਣ ਦੀ ਚਾਹਵਾਨ ਨਹੀਂ ਹੈ, ਪਰ ਜੰਗ ਦਾ ਖਰਚਾ ਜਿਹੜਾ ਪੂਰਾ ਕਰਨ ਵਾਸਤੇ ਤੇ ਅੱਗੇ ਵਾਸਤੇ ਅਮਨ ਦੀ ਰਾਖੀ ਦੀ ਜ਼ਮਾਨਤ ਵਜੋਂ ਜੋ ਇਲਾਕਾ ਲਾਹੌਰ ਦਰਬਾਰ ਦੇ ਅਧੀਨ ਸੀ ਉਹਦਾ ਕਬਜ਼ਾ ਅੰਗਰੇਜ਼ਾਂ ਨੂੰ ਰੱਖਣਾ ਪਵੇਗਾ। ਹੁਣ ਕੁਝ ਇਲਾਕਿਆਂ ਦੇ ਉੱਤੇ ਕਬਜ਼ਾ ਇਹਨਾਂ ਕਰ ਲਿਆ। ਸਰਕਾਰ ਹਿੰਦ ਨੇ ਕਈ ਵਾਰ ਕਿਹਾ ਕਿ ਉਹ ਪੰਜਾਬ ਦੀ ਸਿੱਖ ਸ਼ਾਹੀ ਨੂੰ ਤੋੜਨਾ ਨਹੀਂ ਚਾਹੁੰਦੀ। ਕਹਿੰਦਾ ਅਸੀਂ ਕਈ ਵਾਰੀ ਕਿਹਾ ਕਿ ਅਸੀਂ ਪੰਜਾਬ ਦੀ ਜਿਹੜੀ ਹੈ ਸਿੱਖਾਂ ਦੀ ਰਿਆਸਤ ਤੋੜਨਾ ਨਹੀਂ ਚਾਹੁੰਦੇ। ਉਂਝ ਸਿੱਖ ਦਰਬਾਰ ਦਾ ਵਰਤਾਓ ਇਹੋ ਜਿਹਾ ਰਿਹਾ ਕਿ ਉਹਨਾਂ ਨੂੰ ਬੜੀ ਕਰੜੀ ਸਜ਼ਾ ਦੇਣੀ ਅਤੀ ਜ਼ਰੂਰੀ ਹੋ ਗਈ ਹੈ। ਜੋ ਲਾਹੌਰ ਦਰਬਾਰ ਨੇ ਆਪਣੇ ਕੀਤੇ ਹੋਏ ਵਾਅਦੇ ਬਦਲੇ ਪੂਰਾ ਮਾਫੀ ਨਾ ਮੰਨ ਲਈ, ਫਿਰ ਵੀ ਗਵਰਨਰ ਜਨਰਲ ਇਸ ਗੱਲ ਦਾ ਮੌਕਾ ਦੇਣ ਦਾ ਚਾਹਵਾਨ ਹੈ ਕਿ ਲਾਹੌਰ ਦਰਬਾਰ ਤੇ ਸਿੱਖ ਦਰਬਾਰ ਛੇਤੀ ਤੋਂ ਛੇਤੀ ਹਥੇਲੀ ਤੇ ਸਫਾਈ ਪੇਸ਼ ਕਰਨ। ਇਹਦੇ ਬਦਲੇ ਗਵਰਨਰ ਜਨਰਲ ਮਹਾਰਾਜਾ ਰਣਜੀਤ ਸਿੰਘ ਦੇ ਵਾਰਸ ਦੇ ਨਾਮ ਥੱਲੇ ਅੰਗਰੇਜ਼ਾਂ ਦੀ ਮਿੱਤਰ ਹਕੂਮਤ ਕਾਇਮ ਕਰਨ ਦੇ ਹੱਕ ਵਿੱਚ ਹੈ। ਗਵਰਨਰ ਜਨਰਲ ਇਸ ਪੂਰੀ ਫਤਿਹ ਦੇ ਸਮੇਂ ਅੰਗਰੇਜ਼ੀ ਸਰਕਾਰ ਦੀ ਮਾਫ ਕਰਨ ਵਾਲੀ ਜਿਹੜੀ ਸ਼ਕਤੀ ਤੇ ਖੁੱਲ੍ਹਦਿਲੀ ਦਾ ਇਸ ਤੋਂ ਵੱਧ ਕੀ ਸਬੂਤ ਦੇ ਸਕਦਾ। ਇਸ ਐਲਾਨ ਦੇ ਵਿੱਚ ਆਪਣੀ ਇੱਛਾ ਪ੍ਰਗਟ ਕਰਕੇ ਸੁਲ੍ਹਾ ਦੀਆਂ ਸ਼ਰਤਾਂ ਪੱਕੀਆਂ ਕਰਨਾ ਆਉਣ ਵਾਲੀਆਂ ਘਟਨਾਵਾਂ ਤੇ ਨਿਰਭਰ ਹੈ। ਇਹ ਉਹ ਲਿਖਦਾ ਆਪਣੀ ਲਿਖਤ ਦੇ ਵਿੱਚ। ਫਿਰ ਕਹਿੰਦਾ ਕਿ ਸੋ ਗਵਰਨਰ ਜਨਰਲ ਉਹਨਾਂ ਸਰਦਾਰਾਂ ਨੂੰ ਜੋ ਮਹਾਰਾਜਾ ਰਣਜੀਤ ਸਿੰਘ ਦੀ ਔਲਾਦ ਦੇ ਸ਼ੁਭ ਚਿੰਤਕ ਹਨ ਤੇ ਖਾਸ ਉਹਨਾਂ ਸਰਦਾਰਾਂ ਨੂੰ ਜਿਨ੍ਹਾਂ ਸਰਕਾਰ ਅੰਗਰੇਜ਼ੀ ਦੇ ਵਿਰੁੱਧ ਜੰਗ 'ਚ ਹਿੱਸਾ ਨਹੀਂ ਲਿਆ, ਬੁਲਾਉਣਾ ਚਾਹੁੰਦਾ ਹੈ ਤਾਂ ਜੋ ਮਿਲ ਕੇ ਸਲਾਹ ਕੀਤੀ ਜਾਵੇ ਕਿ ਕਿਸ ਤਰ੍ਹਾਂ ਸਿੱਖ ਸਰਕਾਰ ਲਾਹੌਰ ਵਿੱਚ ਕਾਇਮ ਕੀਤੀ ਜਾਵੇ।
ਜੋ ਖਾਲਸਾ ਫੌਜ ਨੂੰ ਕਾਬੂ ਰੱਖ ਸਕੇ ਤੇ ਆਪਣੀ ਰਾਖੀ ਕਰ ਸਕੇ, ਤਾਂ ਕਿ ਅਗਾਂਹ ਵਾਸਤੇ ਸਿੱਖ ਰਿਆਸਤਾਂ ਵਿੱਚ ਅਮਨ ਕਾਇਮ ਹੋ ਕੇ ਇਸ ਗੱਲ ਦੀ ਤਸੱਲੀ ਹੋਵੇ ਕਿ ਫੇਰ ਕਦੇ ਇਸ ਹੱਦ ਉੱਤੇ ਕਿਸੇ ਤਰ੍ਹਾਂ ਦਾ ਝਗੜਾ ਨਾ ਹੋਵੇ ਤੇ ਇਸ ਤੋਂ ਦੁਨੀਆ ਨੂੰ ਸਾਬਤ ਹੋ ਜਾਵੇ ਕਿ ਪ੍ਰਧਾਨ ਸਰਕਾਰ ਜਿਹੜੀ ਹੈ, ਹਿੰਦ ਦੀ ਸਰਕਾਰ ਭਾਵ ਅੰਗਰੇਜ਼ੀ ਸਰਕਾਰ ਦਾ ਵਰਤਾਓ ਜਿਹੜਾ ਉਹ ਚੰਗਾ ਤੇ ਨਿਆਂ ਕਰਨ ਵਾਲਾ ਹੈ। ਫਿਰ ਲਿਖਦਾ ਕਿ ਜੇ ਸਿੱਖ ਕੌਮ ਨੇ ਫੌਜੀ ਗੜਬੜ ਜਾਂ ਜੁਗਗਰਦੀ ਤੋਂ ਬਚਾਓ ਦਾ ਇੱਕ ਚੰਗਾ ਸਮਾਂ ਹੱਥੋਂ ਗਵਾ ਲਿਆ ਤੇ ਅੰਗਰੇਜ਼ੀ ਫੌਜ ਦੇ ਵਿਰੁੱਧ ਹਮਲੇ ਕਰਨੇ ਆਰੰਭ ਕਰ ਦਿੱਤੇ, ਤਾਂ ਸਰਕਾਰ ਅੰਗਰੇਜ਼ੀ ਆਉਣ ਵਾਲੀ ਪੰਜਾਬ ਸਰਕਾਰ ਬਾਰੇ ਉਹ ਢੰਗ ਵਰਤੇਗੀ ਜਿਸ ਤੋਂ ਅੰਗਰੇਜ਼ਾਂ ਨੂੰ ਲਾਭ ਪੁੱਜੇ ਤੇ ਸਰਦਾਰ ਬਰਤਾਨੀਆ ਨੂੰ ਹਰ ਤਰ੍ਹਾਂ ਦੀ ਤਸੱਲੀ ਹੋਵੇ। ਕਹਿੰਦਾ ਨਾਲ ਡਰਾਵਾ ਭੇਜ ਦਿੱਤਾ ਕਿ ਜੇ ਤੁਸੀਂ ਸਾਡੇ ਵਿਰੁੱਧ ਲੜੇ ਤੇ ਅਸੀਂ ਇਹੋ ਜਿਹੀ ਨੀਤੀ ਤਿਆਰ ਕਰਾਂਗੇ ਜਿਹਦੇ ਨਾਲ ਅਸੀਂ ਤੁਹਾਨੂੰ ਆਪਣੇ ਅਧੀਨ ਕਰ ਲਾਂਗੇ ਤੇ ਫਿਰ ਵੇਖਿਆ ਤੁਹਾਡਾ ਬਣਦਾ। ਇਹਦਾ ਕਹਿਣ ਦਾ ਭਾਵ ਇਹ ਸੀ। ਸੋ ਉਸ ਤੋਂ ਬਾਅਦ ਇਸ ਐਲਾਨ ਨੇ ਸਾਰੇ ਪੰਜਾਬ ਦੇ ਵਿੱਚ ਅੱਗ ਲਾ ਦਿੱਤੀ, ਬੜਾ ਰੌਲਾ ਪਿਆ ਤੇ ਅੰਗਰੇਜ਼ੀ ਫੌਜਾਂ ਨੇ ਇਸ ਇਲਾਕੇ ਦੇ ਵਿੱਚ ਇੰਨੀ ਹਨੇਰਗਰਦੀ ਮਚਾਈ ਕਿ ਸ਼ਾਇਦ ਹੀ ਉਹਨਾਂ ਦੇ ਜ਼ੁਲਮ ਤੋਂ ਕੋਈ ਬਚਿਆ ਹੋਵੇ। ਸਿੱਖਾਂ ਦੇ ਦਿਲ ਵਿੱਚ ਭਾਂਬੜ ਬਲ ਉੱਠੇ। ਵਿਸ਼ਾਖਾਤੀ ਜਰਨੈਲ ਵੀ ਹੈਰਾਨ ਰਹਿ ਗਏ ਕਿ ਕੀ ਬਣਿਆ ਤੇ ਐਨੀ ਛੇਤੀ ਸਭਰਾਵਾਂ ਦੇ ਜੰਗ ਦਾ ਇਹ ਨਤੀਜਾ। ਉਹ ਜਾਣਦੇ ਸਨ ਕਿ ਅੰਗਰੇਜ਼ ਬਲ ਨਾਲ ਨਹੀਂ ਜਿੱਤੇ, ਸਗੋਂ ਸਿੱਖਾਂ ਦੇ ਸੈਨਾਪਤੀ ਜਾਣ-ਬੁੱਝ ਕੇ ਹਾਰੇ ਹਨ। ਪਰ ਇਸ ਪਛਤਾਵੇ ਦਾ ਕੀ ਲਾਭ ਸੀ? ਹੁਣ ਕੋਈ ਲਾਭ ਨਹੀਂ ਸੀ। ਹੁਣ ਪਛਤਾਵਾ ਜਿਹੜਾ ਹੋ ਗਿਆ ਜੋ ਹੋ ਗਿਆ। 15 ਫਰਵਰੀ ਨੂੰ ਰਾਜਾ ਗੁਲਾਬ ਸਿੰਘ ਕੁਝ ਹੋਰ ਸਰਦਾਰਾਂ ਦੇ ਨਾਲ ਮਹਾਰਾਜਾ ਦਲੀਪ ਸਿੰਘ ਵੱਲੋਂ ਕਸੂਰ ਪੁੱਜਾ। ਉਧਰ ਲਾਰਡ ਹਾਰਡਿੰਗ ਅੰਮ੍ਰਿਤਸਰ ਵਿੱਚ ਫੌਜੀ ਇਕੱਠ ਵੇਖ ਕੇ ਘਬਰਾ ਗਿਆ ਸੀ। ਉਹਨੇ ਗੁਲਾਬ ਸਿੰਘ ਨੂੰ ਕਿਹਾ ਕਿ ਸਾਡੀ ਮਰਜ਼ੀ ਪੰਜਾਬ ਨੂੰ ਅੰਗਰੇਜ਼ੀ ਰਾਜ ਵਿੱਚ ਮਿਲਾ ਲੈਣ ਦੀ ਨਹੀਂ ਆ ਤੇ ਮਹਾਰਾਜਾ ਦਲੀਪ ਸਿੰਘ ਆਪਣੇ ਰਾਜ ਉੱਤੇ ਕਾਇਮ ਰਹਿਣਗੇ, ਪਰ ਬਿਆਸ ਤੇ ਸਤਲੁਜ ਦੇ ਵਿਚਕਾਰ ਦਾ ਇਲਾਕਾ ਦੁਆਬਾ, ਬਿਸਤ, ਜਲੰਧਰ ਆਦਿਕ ਤੇ 1.5 ਕਰੋੜ ਰੁਪਈਆ ਜੰਗ ਦੇ ਖਰਚ ਵਜੋਂ ਸਾਨੂੰ ਦਿੱਤਾ ਜਾਵੇ। ਜਲੰਧਰ ਦਾ ਇਲਾਕਾ ਵੀ ਸਾਨੂੰ ਦੇ ਦਿਓ ਤੇ ਨਾਲ ਸਾਨੂੰ 1.5 ਲੱਖ ਰੁਪਈਆ ਜੰਗ ਦੇ ਖਰਚੇ ਦਾ ਦਿੱਤਾ ਜਾਵੇ, ਕਿਉਂਕਿ ਤੁਸੀਂ ਸਾਡਾ ਨੁਕਸਾਨ ਕੀਤਾ। ਇਹ ਸ਼ਰਤਾਂ ਲਾਹੌਰ ਚੱਲ ਕੇ ਪੱਕੀਆਂ ਹੋਣਗੀਆਂ। ਗੁਲਾਬ ਸਿੰਘ ਨੇ ਬੜਾ ਜ਼ੋਰ ਲਾਇਆ ਕਿ ਅੰਗਰੇਜ਼ ਲਾਹੌਰ ਨਾ ਜਾਣ, ਪਰ ਹਾਰਡੀ ਨੇ ਉਹਦੀ ਇੱਕ ਨਹੀਂ ਮੰਨੀ। ਅੰਤ ਫਿਰ ਇਹ ਜਿਹੜਾ ਗੁਲਾਬ ਸਿੰਘ ਵਾਪਸ ਮੁੜ ਗਿਆ। 18 ਫਰਵਰੀ ਨੂੰ ਗੁਲਾਬ ਸਿੰਘ ਬਾਲਕ ਮਹਾਰਾਜਾ ਦਲੀਪ ਸਿੰਘ ਨੂੰ ਨਾਲ ਲੈ ਕੇ ਹਾਰਡਿੰਗ ਨੂੰ ਲਾਲੇਆਣੀ ਆਣ ਮਿਲਿਆ, ਪਰ ਹਾਰਡਿੰਗ ਵੱਲੋਂ ਇੱਥੇ ਵੀ ਪਹਿਲੋਂ ਜਵਾਬ ਮਿਲਿਆ। ਫਿਰ 20 ਫਰਵਰੀ ਨੂੰ ਅੰਗਰੇਜ਼ ਲਾਹੌਰ ਪੁੱਜ ਜਾਂਦੇ ਆ ਤੇ ਅਗਲੇ ਦਿਨ ਲਾਰਡ ਹਾਰਡਿੰਗ ਨੇ ਦਲੀਪ ਸਿੰਘ ਨੂੰ ਮਹਾਰਾਜਾ ਰਣਜੀਤ ਸਿੰਘ ਦੀ ਗੱਦੀ ਤੇ ਬਿਠਾਇਆ ਤੇ ਐਲਾਨ ਕਰ ਦਿੱਤਾ ਕਿ ਦਲੀਪ ਸਿੰਘ ਪੰਜਾਬ ਦਾ ਮਹਾਰਾਜਾ ਰਹੂਗਾ। ਇਸ ਸਾਰੇ ਢੰਗ ਤੋਂ ਪੰਜਾਬ ਵਾਸੀ ਸਮਝ ਰਹੇ ਸੀ ਕਿ ਹੁਣ ਪਹਿਲੋਂ ਵਰਗਾ ਪੰਜਾਬ ਨਹੀਂ ਰਹੇਗਾ ਜੋ ਉਹਨਾਂ ਨੇ ਵਰਤਿਆ ਤਾਂ। 26 ਫਰਵਰੀ ਨੂੰ ਹਾਰਡਿੰਗ ਨੇ ਇੱਕ ਆਮ ਦਰਬਾਰ ਕੀਤਾ ਜਿਹਦੇ ਵਿੱਚ ਲਾਲ ਸਿੰਘ ਮਿਸਰ ਪੰਜਾਬ ਦਾ ਵਜ਼ੀਰ ਬਣਿਆ। ਲਾਲ ਸਿੰਘ ਤੇ ਤੇਜਾ ਸਿੰਘ ਜਿਹੜਾ ਸੀ, ਤੇਜ ਸਿੰਘ, ਇਹ ਸੈਨਾਪਤੀ ਬਣਾਏ ਗਏ ਕਿਉਂਕਿ ਇਹਨਾਂ ਨੇ ਆਪਣੀ ਸੁਲਾ ਦੀਆਂ ਮੋਟੀਆਂ ਸ਼ਰਤਾਂ ਪਹਿਲੋਂ ਰੱਖ ਦਿੱਤੀਆਂ ਸੀ ਕਿ ਜੇ ਸਾਨੂੰ ਇਸ ਪ੍ਰਕਾਰ ਵਜ਼ੀਰ ਬਣਾਓਗੇ, ਸੈਨਾਪਤੀ ਬਣਾਓਗੇ, ਫਿਰ ਤੁਹਾਨੂੰ ਪੰਜਾਬ ਦਾ ਰਾਜ ਦੇਵਾਂਗੇ। ਇਸੇ ਕਰਕੇ ਤੇ ਇਹਨਾਂ ਨੇ ਗਦਾਰੀਆਂ ਕੀਤੀਆਂ ਸਨ। ਰਾਜਾ ਗੁਲਾਬ ਸਿੰਘ ਲਾਹੌਰ ਦਾ ਵਜ਼ੀਰ ਬਣਦੀ ਚਰੋਕੜੀ ਦੀ ਆਸ ਲਾਈ ਬੈਠਾ ਸੀ ਕਿ ਮੈਂ ਲਾਹੌਰ ਦਾ ਵਜ਼ੀਰ ਬਣਾ। ਉਹ ਕਿਵੇਂ ਸਹਾਰ ਸਕਦਾ ਸੀ ਕਿ ਲਾਲ ਸਿੰਘ ਵਜ਼ਾਰਤ ਸੰਭਾਲ ਰਹੇ। ਉਹਨੇ ਹਾਰਡਿੰਗ ਨੂੰ ਸਾਫ਼ ਕਹਿ ਦਿੱਤਾ ਕਿ ਸਭਰਾਵਾਂ ਦੇ ਜੰਗ ਵਿੱਚ ਖਾਲਸਾ ਫੌਜ ਨੂੰ ਮਰਵਾਉਣ ਬਦਲੇ ਉਹਨੂੰ ਕੁਝ ਮਿਲਣਾ ਚਾਹੀਦਾ। ਨਾਲ ਹੀ ਉਹਨੇ ਇਹ ਵੀ ਕਿਹਾ ਕਿ ਜੇ ਮੈਂ ਲੜਾਈ ਲੰਮੀ ਕਰ ਦਿੰਦਾ ਤੇ ਇਹਦਾ ਨਤੀਜਾ ਕੁਝ ਹੋਰ ਹੁੰਦਾ, ਤੇ ਜੇ ਮੈਂ ਆਪ ਦੀ ਮਰਜ਼ੀ ਨਾਲ ਜਾਲ ਵਿਛਾ ਕੇ ਉਹਦੇ ਵਿੱਚ ਕੈਦ ਨਾ ਹੋ ਜਾਂਦਾ ਤੇ ਖਾਲਸਾ ਫੌਜ ਨੂੰ ਖਿਲਾਰ ਦਿੰਦਾ ਤਾਂ ਫਿਰੋਜ਼ਪੁਰ ਤੇ ਦਿੱਲੀ ਵਿੱਚ ਪਰਲੋ ਲਿਆ ਦੇਣੀ ਸੀ ਇਹਨਾਂ ਨੇ। ਉਹਨੂੰ ਨਾਰਾਜ਼ ਵੇਖ ਕੇ ਹਾਰਡਿੰਗ ਡਰ ਗਿਆ ਤੇ ਉਹਨੇ ਗੁਲਾਬ ਸਿੰਘ ਦੀ ਕਾਬਲੀਅਤ ਨੂੰ ਜਾਣਦਾ ਸੀ ਚੰਗੀ ਤਰ੍ਹਾਂ, ਔਰ ਜਾਣਦਾ ਸੀ ਕਿ ਜੇ ਇਹੋ ਜਿਹਾ ਆਦਮੀ ਅੰਮ੍ਰਿਤਸਰ ਵਾਲੀ ਫੌਜ ਨਾਲ ਜਾ ਮਿਲੇ ਤੇ ਅੰਗਰੇਜ਼ਾਂ ਵਾਸਤੇ ਚੰਗਾ ਨਹੀਂ ਹੋਵੇਗਾ। ਸੋ ਹਾਰਡਿੰਗ ਨੇ ਗੁਲਾਬ ਸਿੰਘ ਨਾਲ ਇਕਰਾਰ ਕੀਤਾ ਕਿ ਇਹਨੂੰ ਕਸ਼ਮੀਰ ਦਾ ਖੁਦ ਮੁਖਤਿਆਰ ਰਾਜਾ ਬਣਾ ਦਿੱਤਾ ਜਾਵੇਗਾ, ਕਿ ਤੈਨੂੰ ਭਾਈ ਕਸ਼ਮੀਰ ਦੇ ਦਿੱਤਾ ਜਾਊਗਾ ਤੇ ਉਹਦਾ ਤੂੰ ਖੁਦ ਮੁਖਤਿਆਰ ਬਣ ਜਾਵੇਂਗਾ। ਇਹ ਗੁਲਾਬ ਸਿੰਘ ਨਾਲ ਉਹਨਾਂ ਪੱਕੀ ਕਰ ਲਈ। ਹੁਣ ਅੰਗਰੇਜ਼ਾਂ ਦੇ ਉੱਤੇ ਸਿੱਖਾਂ ਦੀ ਫਿਰ ਸੁਲਾਹ ਹੋਈ ਹੈ। ਉਹ ਸੁਲਾਹ ਕੀ ਹੈ, ਉਹਦੇ ਕੀ ਨਿਯਮ ਨੇ, ਉਹ ਸਾਧ ਸੰਗਤ ਅੱਗੇ ਆਓ ਜੀ ਹੁਣ ਸਰਵਣ ਕਰੋਗੇ। ਸਰਕਾਰ ਅੰਗਰੇਜ਼ੀ ਨੇ ਲਾਹੌਰ ਦਰਬਾਰ ਦੇ ਵਿੱਚ ਪਹਿਲੀ ਸੁਲਾਹ ਕੀਤੀ ਹੈ ਕਿ ਲਾਹੌਰ 9 ਮਾਰਚ 1846 ਈਸਵੀ ਦੀ ਪਹਿਲੀ ਸੁਲਾਹ ਜੋ ਮਹਾਰਾਜਾ ਰਣਜੀਤ ਸਿੰਘ ਵਾਲੀਏ ਲਾਹੌਰ ਤੇ ਸਰਕਾਰ ਅੰਗਰੇਜ਼ੀ ਵਿੱਚ 1809 ਈਸਵੀ ਨੂੰ ਹੋਈ ਸੀ।
सिख फौज के हमले कारण जो उन्हें बिना किसी वजह के पिछली दसंबर में अंग्रेजी इलाके ते कीता टुट गई वो जिहड़ी सुलह सी जिहड़ी 1809 च होई सी। 13 दसंबर के ऐलान राही जब्त करके अंग्रेजी राज विच मिला लै गए। उस समय तो लैके दोवां सरकारां ने एक दूजे विरुद्ध हमले जारी रखे जिहदा सिट्टा सरकार अंग्रेजी का लाहौर ते कब्जा है ते इस गल का फैसला होया कि दोवां सरकारां विच अमन कायम रखण बदले कुछ शर्तां ते सुलह कीती जावे। यह सुलह महाराजा दलीप सिंह ते उहदे वारसां ते ऑनरेबल ईस्ट इंडिया कंपनी ने विच लिखिया गया। कंपनी वालों फ्रैडिक करी, हैनरी, मिंटगुमरी, लारेंस जिन्हां नूं गवर्नर जनरल हैनी हार्डिंग ने पूरे अख्तियार दिते सन ते महाराजा दलीप सिंह वालों भाई राम सिंह, लाल सिंह, तेज सिंह, चतर सिंह अटारीवाला, रणजोर सिंह मजीठा ते दीवान सिंह दीनानाथ ते फकीर नीरुद्दीन जिन्हां ने महाराजे वालों ये इख्तियार कीते ते इन्हां वालों साइन कीते हुए ये इकरारनामा किया गया। वो इकरारनामा की है? पहला ये कि एक पासे सरकार अंग्रेजी ते दूजे पासे महाराजा दलीप सिंह ਉਹਦੇ ਵਾਰਸ ਦੇ ਹੱਕਦਾਰਾਂ ਵਿੱਚ ਸਦਾ ਅਮਨ ਤੇ ਦੋਸਤੀ ਰਹੇਗੀ। ਦੂਸਰਾ, ਲਾਹੌਰ ਦਾ ਮਹਾਰਾਜਾ ਉਹ ਸਾਰੇ ਇਲਾਕੇ ਤੋਂ ਜੋ ਸਤਲੁਜ ਦੇ ਦੱਖਣ ਵੱਲ ਹੈ ਆਪਣੇ ਆਪਣੇ ਵਾਰਸਾਂ ਦੇ ਹੱਕਦਾਰਾਂ ਦੇ ਸਾਰੇ ਹੱਕ ਤਿਆਗਦਾ। ਤੀਸਰਾ, ਮਹਾਰਾਜਾ ਦਲੀਪ ਸਿੰਘ ਆਪਣੇ ਸਾਰੇ ਕਿਲੇ ਇਲਾਕੇ ਮੈਦਾਨ ਤੇ ਪਹਾੜ ਜੋ ਦੁਆਬੇ ਭਾਵ ਦਰਿਆ ਬਿਆਸ ਤੇ ਸਤਲੁਜ ਦੇ ਵਿੱਚ ਹਨ ਦੇ ਸਭ ਰਾਜਸੀ ਹੱਕ ਕੰਪਨੀ ਦੇ ਹਵਾਲੇ ਕਰਦਾ ਹੈ। ਭਾਵ ਦੁਆਬਾ ਜਿਹੜਾ ਜਲੰਧਰ ਤੱਕ ਇਹ ਕੰਪਨੀ ਦੇ ਅੰਦਰ ਆ ਗਿਆ, ਅੰਗਰੇਜ਼ਾਂ ਦੇ ਅੰਡਰ ਚਲਾ ਗਿਆ। ਨੰਬਰ 4, ਸਰਕਾਰ ਅੰਗਰੇਜ਼ੀ 1.5 ਕਰੋੜ ਰੁਪਈਆ ਸ਼ਰਤ ਨੰਬਰ 3 ਦੇ ਇਲਾਕੇ ਤੇ ਅੱਜ ਪਿੱਛੇ ਆਪ ਜੀ ਨੇ ਇਲਾਕੇ ਤੇ ਨਾਲ 1.5 ਕਰੋੜ ਰੁਪਈਆ ਜੋ ਲਾਹੌਰ ਤੇ ਅੰਗਰੇਜ਼ਾਂ ਨੂੰ ਦਿੱਤੇ ਹਨ ਤੋਂ ਵੱਖਰਾ ਹਰਜਾਨਾ ਤੇ ਲੜਾਈ ਦਾ ਖਰਚ ਲਾਹੌਰ ਸਰਕਾਰ ਦੇ ਸਿਰ ਪਾਉਂਦੀ ਹੈ ਕਿਉਂਕਿ ਲਾਹੌਰ ਦਰਬਾਰ ਇੰਨਾ ਰੁਪਈਆ ਦੇ ਨਹੀਂ ਸਕਦਾ ਤੇ ਨਾ ਹੀ ਇਸ ਰੁਪਏ ਬਦਲੇ ਕੋਈ ਜਾਮਣ ਦਿੰਦਾ। ਇਸ ਵਾਸਤੇ ਮਹਾਰਾਜਾ 1 ਕਰੋੜ ਰੁਪਏ ਬਦਲੇ ਕੰਪਨੀ ਨੂੰ ਇਹ ਸਾਰੇ ਇਲਾਕੇ ਕਿਲੇ ਤੇ ਉਹਨਾਂ ਦੇ ਹੱਕ ਜੋ ਦਰਿਆ ਬਿਆਸ ਦੇ ਸਿੰਧ ਵਿੱਚ ਪਹਾੜੀ ਇਲਾਕਾ ਹੈ ਜਿਸ ਵਿੱਚ ਕਸ਼ਮੀਰ ਤੇ ਹਜ਼ਾਰੇ ਦੇ ਸੂਬੇ ਸ਼ਾਮਲ ਹਨ ਇਹ ਦਿੰਦਾ। ਇਸ ਤੋਂ ਅੱਗੇ ਵਾਹਿਗੁਰੂ। ਸੋ ਸਾਧ ਸੰਗਤ ਇੱਥੇ ਹੀ ਆਪਾਂ ਸਮਾਪਤੀ ਕਰਦੇ ਹਾਂ। ਬਾਹਰੋਂ ਆਵਾਜ਼ ਥੋੜੀ ਜੀ ਆ ਰਹੀ ਹੈ ਇਸ ਕਰਕੇ ਕਿਉਂਕਿ ਸ਼ਰਤਾਂ ਜਿਹੜੀਆਂ ਹਨ ਇਹਨਾਂ ਨੇ ਅੰਗਰੇਜ਼ਾਂ ਨੇ ਕਿਵੇਂ ਲੁੱਟਿਆ ਪੰਜਾਬ ਨੂੰ ਇਹ ਬੜੀਆਂ ਜ਼ਰੂਰੀ ਹਨ। ਸੋ ਪੂਰੀਆਂ ਕਰ ਹੀ ਦੇਵਾਂ, ਆਵਾਜ਼ ਬੰਦ ਹੋ ਗਈ। ਹਾਂਜੀ, ਤੇ ਇਹ ਕਹਿੰਦਾ ਕਿ ਨਾਲ ਹੀ ਜਿਹੜਾ 1.5 ਕਰੋੜ ਰੁਪਇਆ ਦਿੱਤਾ ਜਾਵੇ। ਜੇ ਨਹੀਂ ਦੇ ਸਕਦਾ 1 ਕਰੋੜ ਰੁਪਏ ਦੇ ਬਦਲੇ ਕੰਪਨੀ ਕਸ਼ਮੀਰ ਆਦਿਕ ਤੇ ਜਿਹੜਾ ਹੈ ਆਪਣਾ ਕਬਜ਼ਾ ਕਰ ਲਵੇਗੀ। ਫਿਰ 5ਵੇਂ ਨੰਬਰ ਤੇ ਮਹਾਰਾਜਾ ਕੰਪਨੀ ਨੂੰ 50 ਲੱਖ ਰੁਪਏ ਇਸ ਸੁਲ੍ਹਾ ਦੇ ਪੱਕੇ ਹੋਣ ਤੋਂ ਪਹਿਲਾਂ ਜਾਂ ਉਸ ਸਮੇਂ ਦੇਵੇਗਾ। ਮਹਾਰਾਜਾ ਆਪਣੀ ਸਾਰੀ ਬਾਗੀ ਫੌਜ ਨੂੰ ਕੱਢ ਦੇਵੇਗਾ ਤੇ ਉਦਾਂ ਤੋਂ ਹਥਿਆਰ ਖੋਹ ਲਵੇਗਾ ਤੇ ਮਹਾਰਾਜਾ ਨਵੇਂ ਸਿਰਿਓਂ ਉਹਨਾਂ ਅਸੂਲਾਂ ਅਨੁਸਾਰ ਜੋ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਚਾਲੂ ਸਨ ਨਵੀਂ ਤਨਖਾਹਦਾਰ ਫੌਜ ਭਰਤੀ ਕਰੇਗਾ। ਜਿਹੜੀ ਫੌਜ ਇਸ ਸ਼ਰਤ ਅਨੁਸਾਰ ਕੱਢੀ ਜਾਵੇਗੀ ਮਹਾਰਾਜਾ ਉਹਦਾ ਸਾਰਾ ਹਿਸਾਬ ਮੁਕਾ ਦੇਵੇਗਾ। ਨੰਬਰ 7, ਲਾਹੌਰ ਦਰਬਾਰ ਦੀ ਫੌਜ 20,000 ਪੈਦਲ 12,000 ਸਵਾਰ ਤੋਂ ਵੱਧ ਨਹੀਂ ਹੋਵੇਗੀ। ਵੇਖੋ ਲਾਹੌਰ ਦੀ ਜਿਹੜੀ ਫੌਜ ਉਹ ਵੀ ਘਟਾ ਦਿੱਤੀ ਹੈ ਅੰਗਰੇਜ਼ਾਂ ਨੇ। ਇਹ ਗਿਣਤੀ ਕਿਸੇ ਸਮੇਂ ਵੀ ਸਰਕਾਰ ਅੰਗਰੇਜ਼ੀ ਦੀ ਆਗਿਆ ਬਿਨਾਂ ਨਹੀਂ ਵਧੇਗੀ। ਜੇ ਕਿਸੇ ਵੇਲੇ ਕਿਸੇ ਖਾਸ ਕਾਰਨ ਕਰਕੇ ਫੌਜ ਵਧਾਉਣ ਦੀ ਲੋੜ ਪਵੇ ਤਾਂ ਉਹ ਕਾਰਨ ਸਰਕਾਰ ਅੰਗਰੇਜ਼ੀ ਨੂੰ ਦੱਸਣਾ ਪਵੇਗਾ ਤੇ ਲੋੜ ਜਾਂ ਦਾ ਸਮਾਂ ਲੰਘ ਜਾਣ ਤੇ ਫੌਜ ਦੀ ਗਿਣਤੀ ਫੇਰ ਉਦਾਂ ਹੀ ਓਨੀ ਹੀ ਰੱਖੀ ਜਾਵੇਗੀ ਜੋ ਇਸ ਸ਼ਰਤ ਵਿੱਚ ਪੱਕੀ ਕੀਤੀ ਗਈ ਹੈ। ਮਹਾਰਾਜਾ ਉਹ 36 ਤੋਪਾਂ ਜੋ ਦਰਿਆ ਸਤਲੁਜ ਦੇ ਸੱਜੇ ਹੱਥ ਬੀੜੀਆਂ ਗਈਆਂ ਸਨ ਤੇ ਅੰਗਰੇਜ਼ ਫੌਜ ਵਿਰੁੱਧ ਵਰਤੀਆਂ ਗਈਆਂ ਜੋ ਸਭਰਾਵਾਂ ਦੀ ਲੜਾਈ ਵਿੱਚ ਅੰਗਰੇਜ਼ਾਂ ਦੇ ਕਾਬੂ ਨਹੀਂ ਆਈਆਂ ਅੰਗਰੇਜ਼ਾਂ ਦੇ ਹਵਾਲੇ ਕਰੇਗਾ। ਮਤਲਬ ਕਿ ਇਸ ਸੁਲ੍ਹਾ ਦੇ ਵਿੱਚ ਅੰਗਰੇਜ਼ਾਂ ਨੇ ਆਪਣਾ ਹੀ ਸਾਰਾ ਕੁਝ ਰੱਖਿਆ ਨਾ ਕਿ ਸਿੱਖਾਂ ਦੇ ਬਾਰੇ ਕੁਝ ਸੋਚਿਆ। ਫਿਰ 9 ਦਰਿਆ ਸਤਲੁਜ ਤੇ ਬਿਆਸ ਪਠਾਨਕੋਟ ਤੱਕ ਦੇ ਦਰਿਆ ਸਿੰਧ ਪਠਾਨਕੋਟ ਤੋਂ ਬਲੋਚਿਸਤਾਨ ਦੀ ਹੱਦ ਤੱਕ ਅੰਗਰੇਜ਼ੀ ਸਰਕਾਰ ਦੇ ਕਬਜ਼ੇ ਵਿੱਚ ਰਹਿਣਗੇ। ਜਹਾਜ਼ਾਂ ਦੀ
ਮਸੂਲ ਆਦਿਕ ਉੱਤੇ ਅੰਗਰੇਜ਼ੀ ਸਰਕਾਰ ਦਾ ਅਧਿਕਾਰ ਹੋਵੇਗਾ। ਲਾਹੌਰ ਦਰਬਾਰ ਦੀਆਂ ਬੇੜੀਆਂ ਜੋ ਇਹਨਾਂ ਦਰਿਆਵਾਂ ਦੇ ਵਿੱਚ ਪ੍ਰਜਾ ਤੇ ਸਰਕਾਰ ਦੇ ਲਾਭ ਵਾਸਤੇ ਵਰਤੀਆਂ ਜਾਂਦੀਆਂ ਹਨ, ਇਹ ਸ਼ਰਤ ਤੋਂ ਬਰੀ ਹੋਣਗੀਆਂ। ਦੋਹਾਂ ਮੁਲਕਾਂ ਵਿੱਚ ਜਹਾਜ਼ਰਾਨੀ ਦੇ ਲਾਭ ਵਾਸਤੇ ਪੱਕਾ ਹੁੰਦਾ ਹੈ ਕਿ ਅੰਗਰੇਜ਼ੀ ਸਰਕਾਰ ਬੇੜੀਆਂ ਨੂੰ ਠੀਕ ਰੱਖਣ ਖਰਚ ਕੱਢ ਕੇ ਬਾਕੀ ਬਚਤ ਵਿੱਚੋਂ ਅੱਧ ਲਾਹੌਰ ਦਰਬਾਰ ਨੂੰ ਦੇਵੇਗੀ, ਪਰ ਇਹ ਸ਼ਰਤ ਉਹਨਾਂ ਬੇੜੀਆਂ ਉੱਤੇ ਜੋ ਲਾਹੌਰ ਤੇ ਬਿਹਾਵਲਪੁਰ ਦੀ ਹੱਦ ਤੇ ਸਤਲੁਜ ਵਿੱਚ ਚੱਲਦੀਆਂ ਹਨ ਉਹਦੇ ਤੇ ਲਾਗੂ ਨਹੀਂ ਹੋਵੇਗਾ। ਭਾਵ ਸਿੱਖਾਂ ਦੇ ਕੋਲੋਂ ਜਿਹੜੀਆਂ ਬੇੜੀਆਂ ਚੱਲਦੀਆਂ ਸਨ ਇੱਧਰ ਰਾਵੀ ਸਤਲੁਜ ਦੇ ਵਿੱਚ, ਉਹਨਾਂ ਦਾ ਵੀ ਖਰਚਾ ਲਿਆ ਗਿਆ। ਫਿਰ 10 ਨੰਬਰ ਕਿ ਅੰਗਰੇਜ਼ੀ ਸਰਕਾਰ ਨੂੰ ਲਾਹੌਰ ਰਾਜ ਦੇ ਵਿੱਚ ਫੌਜ ਲਗਾਉਣ ਦੀ ਲੋੜ ਪਵੇਗੀ ਤਾਂ ਅੰਗਰੇਜ਼ੀ ਸਰਕਾਰ ਦੇ ਕਹਿਣ ਉੱਤੇ ਫੌਜ ਲਗਾਉਣ ਦੀ ਆਗਿਆ ਦੇ ਦਿੱਤੀ ਜਾਵੇਗੀ। ਇਸ ਹਾਲਤ ਵਿੱਚ ਲਾਹੌਰ ਰਾਜ ਦੇ ਹਾਕਮ ਹਰ ਤਰ੍ਹਾਂ ਦੀ ਸਹਾਇਤਾ ਕਰਨਗੇ ਤੇ ਅੰਗਰੇਜ਼ੀ ਸਰਕਾਰ ਉਹਨਾਂ ਸਹੂਲਤਾਂ ਦੇ ਸਭ ਖਰਚ ਅਦਾ ਕਰੇਗੀ। ਉਹਨਾਂ ਸਭ ਨਿੱਜੀ ਜਾਇਦਾਦਾਂ ਦਾ ਨੁਕਸਾਨ ਜੋ ਵਿੱਚੋਂ ਫੌਜ ਲੰਘਣ ਕਰਕੇ ਹੋਵੇਗਾ ਸਰਕਾਰ ਪੂਰਾ ਕਰੇਗੀ, ਭਾਵ ਲਾਹੌਰ ਦੀ ਸਰਕਾਰ ਪੂਰਾ ਕਰੇਗੀ। ਅੰਗਰੇਜ਼ੀ ਸਰਕਾਰ ਉਹਨਾਂ ਲੋਕਾਂ ਦੇ ਧਰਮ ਦਾ ਪੂਰਾ ਖਿਆਲ ਰੱਖੇਗੀ ਜਿਨ੍ਹਾਂ ਦੇ ਇਲਾਕੇ ਵਿੱਚ ਦੀ ਫੌਜ ਲੰਘੇਗੀ। 11 ਨੰਬਰ ਅੰਗਰੇਜ਼ੀ ਸਰਕਾਰ ਦੀ ਬਿਨਾਂ ਆਗਿਆ ਤੋਂ ਬਿਨਾਂ ਅੰਗਰੇਜ਼ੀ ਪ੍ਰਜਾ ਵਿੱਚੋਂ ਜਾਂ ਕਿਸੇ ਯੂਰਪੀਅਨ ਜਾਂ ਅਮਰੀਕਨ ਨੂੰ ਮਹਾਰਾਜਾ ਨੌਕਰ ਨਹੀਂ ਰੱਖੇਗਾ, ਭਾਵ ਕੋਈ ਵੀ ਬਾਹਰੋਂ ਅੰਗਰੇਜ਼ ਨੌਕਰ ਨਹੀਂ ਰਹਿ ਸਕਦਾ ਦਲੀਪ ਸਿੰਘ ਦੇ ਰਾਜ 'ਚ। ਜੰਮੂ ਦੇ ਰਾਜਾ ਗੁਲਾਬ ਸਿੰਘ ਨੂੰ ਲਾਹੌਰ ਤੇ ਅੰਗਰੇਜ਼ੀ ਸਰਕਾਰ ਵਿੱਚ ਸੁਲ੍ਹਾ ਕਰਾਉਣ ਦੇ ਬਦਲੇ ਇਹ ਸੇਵਾ ਉਹਨੇ ਲਾਹੌਰ ਦਰਬਾਰ ਵੱਲੋਂ ਕੀਤੀ ਸੀ। ਮਹਾਰਾਜਾ ਦਲੀਪ ਸਿੰਘ ਉਹਨਾਂ ਇਲਾਕਿਆਂ ਤੇ ਪਹਾੜੀ ਜ਼ਿਲ੍ਹਿਆਂ ਦਾ ਮਹਾਰਾਜਾ ਮੰਨ ਲਵੇਗਾ ਜਿਹੜੇ ਇਲਾਕੇ ਅੰਗਰੇਜ਼ੀ ਸਰਕਾਰ ਰਾਜਾ ਗੁਲਾਬ ਸਿੰਘ ਨੂੰ ਇੱਕ ਵੱਖਰੇ ਅਹਿਦਨਾਮੇ ਰਾਹੀਂ ਦੇਵੇਗੀ। ਇਸ ਵਿੱਚ ਇਲਾਕਾ ਸ਼ਾਮਲ ਹੋਵੇਗਾ ਜੋ ਮਹਾਰਾਜਾ ਖੜਕ ਸਿੰਘ ਦੇ ਸਮੇਂ ਤੋਂ ਗੁਲਾਬ ਸਿੰਘ ਦੇ ਕਬਜ਼ੇ ਵਿੱਚ ਚੱਲਿਆ ਹੁੰਦਾ ਹੈ ਅਤੇ ਅੰਗਰੇਜ਼ੀ ਸਰਕਾਰ ਦੀ ਰਾਜਾ ਗੁਲਾਬ ਸਿੰਘ ਦੀ ਨੇਕ ਚੱਲਣੀ ਕਾਰਨ ਇਹਨਾਂ ਇਲਾਕਿਆਂ ਤੇ ਉਹਦੀ ਆਜ਼ਾਦੀ ਪ੍ਰਵਾਨ ਕਰਦੀ ਹੈ ਤੇ ਇਹਨੂੰ ਵੱਖਰਾ ਅਹਿਦਨਾਮਾ ਕਰਨ ਦੀ ਆਗਿਆ ਦਿੰਦੀ ਹੈ। ਹੁਣ ਜੰਮੂ ਦਾ ਇਲਾਕਾ ਇਸ ਗਦਾਰੀ ਦੇ ਬਦਲੇ ਗੁਲਾਬ ਸਿੰਘ ਨੂੰ ਮਿਲ ਗਿਆ। ਨੰਬਰ 13 ਇਸ ਹਾਲ ਵਿੱਚ ਰਾਜਾ ਗੁਲਾਬ ਸਿੰਘ ਤੇ ਲਾਹੌਰ ਦਰਬਾਰ ਦੇ ਕੋਈ ਝਗੜਾ ਹੋਵੇਗਾ ਤਾਂ ਅੰਗਰੇਜ਼ੀ ਸਰਕਾਰ ਸਾਲਸ ਬਣ ਕੇ ਉਹਦਾ ਫੈਸਲਾ ਕਰੇਗੀ। ਉਹ ਫੈਸਲਾ ਮਹਾਰਾਜੇ ਨੂੰ ਮੰਨਣਾ ਪਵੇਗਾ। ਨਿਆਂ ਦੇ ਹੱਕ ਵੀ ਖੋਹ ਲੈ ਗਏ ਪੰਜਾਬ ਦੇ ਕੋਲ। ਅੰਗਰੇਜ਼ੀ ਸਰਕਾਰ ਦੀ ਆਗਿਆ ਬਿਨਾਂ ਲਾਹੌਰ ਦਰਬਾਰ ਆਪਣੇ ਰਾਜ ਦੀਆਂ ਹੱਦਾਂ ਨੂੰ ਵਧਾ ਘਟਾ ਨਹੀਂ ਸਕੇਗਾ। ਹੱਦਾਂ ਵੀ ਨਹੀਂ ਸੀ ਲਾਹੌਰ ਦਰਬਾਰ ਵਧਾ ਸਕਦਾ। ਇਹ ਕੋਈ ਰਾਜ ਨਹੀਂ ਸੀ, ਇਹ ਇੱਕ ਹਿਸਾਬ ਦਾ ਧੋਖਾ ਸਿੱਖਾਂ ਨਾਲ ਕਰਦੇ ਪਏ। ਅੰਗਰੇਜ਼ੀ ਸਰਕਾਰ ਲਾਹੌਰ ਦਰਬਾਰ ਦੇ ਅੰਦਰਲੇ ਪ੍ਰਬੰਧ ਵਿੱਚ ਕੋਈ ਦਖਲ ਨਹੀਂ ਦੇਵੇਗੀ, ਪਰ ਜਿਨ੍ਹਾਂ ਸਵਾਲਾਂ ਤੇ ਝਗੜਿਆਂ ਬਾਰੇ ਅੰਗਰੇਜ਼ੀ ਸਰਕਾਰ ਤੋਂ ਪੁੱਛਿਆ ਜਾਵੇਗਾ ਗਵਰਨਰ ਜਨਰਲ ਆਪਣੀ ਚੰਗੀ ਤੇ ਨੇਕ ਸਲਾਹ ਲਾਹੌਰ ਦਰਬਾਰ ਦੇ ਭਲੇ ਵਾਸਤੇ ਭੇਜੇਗਾ। ਦੋਹਾਂ ਸਰਕਾਰਾਂ ਦੀ ਪ੍ਰਜਾ ਜਦੋਂ ਇੱਕ ਦੂਜੇ ਮੁਲਕ ਵਿੱਚ ਸੈਰ ਵਾਸਤੇ ਜਾਵੇ ਤਾਂ ਉਸ ਨਾਲ ਚੰਗਾ ਸਲੂਕ ਕੀਤਾ ਜਾਵੇਗਾ। ਇਹ 16 ਸ਼ਰਤਾਂ ਦਾ ਅਹਿਦਨਾਮਾ ਜਿਹੜਾ ਸੀ ਫਰੈਡਰਿਕ ਕਰੀ ਹੈਨਰੀ ਮਿੰਟਗੋਮਰੀ ਲਾਂਸ ਜਿਹਨੂੰ ਕਿਹਾ ਜਾਂਦਾ ਹੈ, ਜੋ ਅੰਗਰੇਜ਼ ਸਰਕਾਰ ਵੱਲੋਂ ਸਨ। ਗਵਰਨਰ ਜਨਰਲ ਹੈਨਰੀ ਹਾਰਡਿੰਗ ਇਹਦੇ ਹੁਕਮ ਦੇ ਅਨੁਸਾਰ ਕੰਮ ਕਰਦੇ ਸਨ ਅਤੇ ਇੱਧਰ ਭਾਈ ਰਾਮ ਸਿੰਘ, ਲਾਲ ਸਿੰਘ, ਤੇਜਾ ਸਿੰਘ, ਚਤਰ ਸਿੰਘ ਅਟਾਰੀ, ਰਣਜੋਤ ਸਿੰਘ ਮਜੀਠਾ, ਦੀਵਾਨ ਸਿੰਘ ਦੀਨਾ ਤੇ ਫਕੀਰ ਨੀਰੂਦੀਨ ਜੋ ਮਹਾਰਾਜ ਦਲੀਪ ਸਿੰਘ ਵੱਲੋਂ ਸਨ, ਇਹਨਾਂ ਦੇ ਵਿੱਚ ਪੱਕਾ ਹੋਇਆ ਤੇ ਇਹ ਅਹਿਦਨਾਮਾ ਗਵਰਨਰ ਜਨਰਲ ਤੇ ਮਹਾਰਾਜ ਦਲੀਪ ਸਿੰਘ ਦੀਆਂ ਮੋਹਰਾਂ ਲਾ ਕੇ ਪੱਕਾ ਕਰ ਦਿੱਤਾ ਗਿਆ। ਇਹ ਅਹਿਦਨਾਮਾ 9 ਮਾਰਚ 1846 ਈਸਵੀ ਮੁਤਾਬਕ 10 ਰਬੀਉਲ ਅਵਲ 1262 ਹਿਜਰੀ ਨੂੰ ਲਿਖਿਆ ਗਿਆ ਤੇ ਪੱਕਾ ਹੋਇਆ। ਹੁਣ ਸ਼ਰਤਾਂ ਜਿਹੜੀਆਂ ਉਹ ਆਪਾਂ ਸਾਧ ਸੰਗਤ ਪਹਿਲੀ ਸੁਲਾਹ ਦੀਆਂ ਸ਼ਰਤਾਂ ਉਹ ਆਪਾਂ ਕੱਲ ਦੀ ਕਲਾਸ 'ਚ ਵਿਚਾਰਾਂਗੇ। 16 ਅਹਿਦਨਾਮੇ ਕੀਤੇ ਗਏ, 16 ਗੱਲਾਂ ਦੇ ਉੱਤੇ ਗੱਲਬਾਤ ਹੋਈ ਤੇ ਇਹਦੇ ਵਿੱਚੋਂ ਆਪ ਜੀ ਨੇ ਸਰਵਣ ਕੀਤਾ ਕਿ ਕੋਈ ਵੀ ਸਿੱਖਾਂ ਦੇ ਹੱਕ ਵਿੱਚ ਨਹੀਂ ਸੀ, ਸਾਰੇ ਅੰਗਰੇਜ਼ਾਂ ਦੇ ਵਿੱਚ ਹੱਕ ਵਿੱਚ ਸੀ। ਜਲੰਧਰ ਦਾ ਇਲਾਕਾ ਵੀ 1.5 ਕਰੋੜ ਰੁਪਈਆ ਵੀ ਲੈਣਾ ਮੰਨ ਲਿਆ, ਨਾਲ ਗੁਲਾਬ ਸਿੰਘ ਨੂੰ ਜੰਮੂ ਦੀ ਰਿਆਸਤ ਦੇ ਦਿੱਤੀ ਆ। ਇਹਦੇ ਨਾਲ ਹੀ ਸਿੱਖਾਂ ਦਾ ਜਿਹੜਾ ਸੀ ਪਾਣੀ ਦੇ ਵਿੱਚ ਕਿਸ਼ਤੀਆਂ ਆਦਿ ਚੱਲਦੀਆਂ ਸੀ ਉਹਨਾਂ ਦਾ ਵੀ ਪੈਸਾ ਲਿਆ ਅੰਗਰੇਜ਼ਾਂ ਨੇ। ਲਾਹੌਰ ਜਿਹੜਾ ਲਾਹੌਰ ਦਰਬਾਰ ਸੈਨਾ ਵੀ ਆਪਣੀ ਮਰਜ਼ੀ ਨਾਲ ਰੱਖ ਨਹੀਂ ਸੀ ਸਕਦਾ, ਵਧਾ ਨਹੀਂ ਸੀ ਸਕਦਾ। ਲਾਹੌਰ ਦਰਬਾਰ ਜਿਹੜਾ ਸੀ ਉਹ ਕਿਸੇ ਪ੍ਰਕਾਰ ਵੀ ਆਪਣੀਆਂ ਹੱਦਾਂ ਵਧਾ ਨਹੀਂ ਸੀ ਸਕਦਾ ਅੰਗਰੇਜ਼ੀ ਸਰਕਾਰ ਤੋਂ ਪੁੱਛੇ ਤੋਂ ਬਿਨਾਂ। ਤੇ ਇਹ ਸਾਧ ਸੰਗਤ ਸੁਲਾਹ ਜਿਹੜੀ ਹੋਈ ਸੀ ਅੰਗਰੇਜ਼ਾਂ ਨੇ ਆਪਣੀਆਂ ਨੀਤੀਆਂ ਪੱਕੀਆਂ ਰੱਖੀਆਂ ਤੇ ਸਿੱਖਾਂ ਦਾ ਇਹਦੇ ਵਿੱਚ ਕਾਫੀ ਨੁਕਸਾਨ ਹੋਇਆ ਕਿਉਂਕਿ ਸਿੱਖ ਰਾਜ ਛੋਟਾ ਜਿਹਾ ਰਹਿ ਗਿਆ। ਇਸ ਤੋਂ ਅੱਗੇ ਕੀ ਹੋਇਆ ਇਹ ਆਪਾਂ ਆਉਣ ਵਾਲੇ ਦਿਨਾਂ 'ਚ ਵਿਚਾਰਾਂਗੇ। ਸੋ ਇੱਥੇ ਸਮਾਪਤੀ ਹੈ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ